ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ 5ਵਾਂ ਭਾਗ ਬਟਵਾਰੇ ਦੀ ਸਿਆਸਤ, ਸੁਤੰਤਰਤਾ ਅਤੇ ਸਿੱਖ ਵਤਨ ਦੀ ਮੰਗ। ਕਾਂਡ 23 ਚੋਣਾਂ ਅਤੇ ਸਮਝੌਤਾ। 1984 ਦੀਆਂ ਚੋਣਾਂ ਕਾਂਗਰਸ ਪਾਰਟੀ ਨੇ ਮੁਲਕ ਦੀ ਏਕਤਾ ਦੇ ਸਵਾਲ 'ਤੇ ਲੜੀਆਂ ਸਨ। ਬਹੁਤ ਵੱਡੀ ਪ੍ਰਚਾਰ ਮੁਹਿੰਮ ਮਤਦਾਤਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਸ਼ੁਰੂ ਕੀਤੀ ਗਈ ਕਿ ਜਿਨ੍ਹਾਂ ਨੇ ਸ਼੍ਰੀਮਤੀ ਗਾਂਧੀ ਨੂੰ ਮਾਰਿਆ ਹੈ ਉਹ ਭਾਰਤ ਦੀ ਏਕਤਾ ਤਬਾਹ ਕਰਨੀ ਚਾਹੁੰਦੇ ਸਨ ਅਤੇ ਸ਼੍ਰੀਮਤੀ ਗਾਂਧੀ ਨੇ ਆਪਣੀ ਜਾਨ ਮੁਲਕ ਦੀ ਏਕਤਾ ਨੂੰ ਕਾਇਮ ਰੱਖਣ ਲਈ ਨਿਸ਼ਾਵਰ ਕਰ ਦਿੱਤੀ ਸੀ। ਉਹਦੇ ਸਰੀਰ ਨੂੰ ਕੇਸਰੀ ਸਾੜੀ ਵਿੱਚ ਲਿਪਟਿਆ ਹੋਇਆ ਚਿੱਤਾ ਉੱਪਰ ਦਿਖਾਉਂਦਿਆਂ ਵੱਡੇ ਵੱਡੇ ਪੋਸਟਰ ਸਾਰੇ ਮੁਲਕ ਵਿੱਚ ਲਗਾਏ ਗਏ ਸਨ ਅਤੇ ਕੁਝ ਸਿੱਖ ਵਰਦੀਧਾਰੀ ਉਸ ਨੂੰ ਗੋਲੀ ਮਾਰਦੇ ਦਿਖਾਏ ਗਏ ਸਨ। ਕੁਝ ਹੋਰ ਪੋਸਟਰਾਂ 'ਤੇ ਕੰਡਿਆਲੀ ਤਾਰ ਦੇ ਵਲੇਟੇ ਹੋਏ ਗੁੱਛਿਆਂ ਕੋਲ ਨਾਅਰਾ ਲਿਖਿਆ ਸੀ ਕਿ ਦੇਸ਼ ਦੀ ਹੱਦ ਆਖਰ ਤੁਹਾਡੀਆਂ ਦਹਿਲੀਜ਼ਾਂ ਤੱਕ ਆ ਜਾਵੇਗੀ। ਇਹਦੇ ਹੇਠਾਂ ਇੱਕ ਹੋਰ ਨਾਅਰਾ ਸੀ, ਤੁਹਾਡੀ ਵੋਟ ਨਾਲ ਭਾਰਤ ਏਕਤਾ ਜਾਂ ਵੱਖਵਾਦ ਤੋਂ ਦੂਰ ਜਾ ਸਕਦਾ ਹੈ। ਇੱਕ ਹੋਰ ਘੱਟ ਚਲਾਕੀ ਭਰਪੂਰ ਨਾਅਰਾ ਸਵਾਲੀ ਅੰਦਾਜ਼ ਵਿੱਚ ਲਿਖਿਆ ਗਿਆ ਸੀ, ਤੁਸੀਂ ਦੂਸਰੇ ਰਾਜ ਦੇ ਟੈਕਸੀ ਚਾਲਕ ਵੱਲੋਂ ਚਲਾਈ ਜਾ ਰਹੀ ਟੈਕਸੀ ਵਿੱਚ ਬੈਠ ਕੇ ਕਿਉਂ ਬੇਆਰਾਮ ਅਨੁਭਵ ਕਰਦੇ ਹੋ। ਜੇ ਇਹ ਨਾਅਰੇ ਪੂਰੀ ਤਰ੍ਹਾਂ ਉਹਨਾਂ ਦਾ ਸੰਦੇਸ਼ ਦੇਣ ਵਿੱਚ ਸਪਸ਼ਟ ਨਹੀਂ ਸਨ ਤਾਂ ਰਾਜੀਵ ਗਾਂਧੀ ਦੇ ਹਲਕੇ ਵਿੱਚ ਸੰਜੇ ਗਾਂਧੀ ਦੀ ਵਿਧਵਾ ਅਤੇ ਰਾਜੀਵ ਦੀ ਭਰਜਾਈ ਵਿਰੁੱਧ ਲਾਏ ਨਾਅਰੇ ਤਾਂ ਦੋ ਟੁਕ 'ਤੇ ਸਿੱਧੇ ਸਨ, ਬੇਟੀ ਹੈ ਸਰਦਾਰ ਕੀ, ਕੌਮ ਹੈ ਗਦਾਰ ਕੀ। ਕਾਂਗਰਸ ਪਾਰਟੀ ਦੀ ਵੋਟਾਂ ਪ੍ਰਾਪਤ ਕਰਨ ਲਈ ਲੱਖਾਂ ਹੀ ਬਿੰਦੀਆਂ ਮੁਫਤ ਵੰਡਦੀ ਅਤੇ ਆਪਣੇ ਪੁੱਤਰ ਨੂੰ ਆਸ਼ੀਰਵਾਦ ਦਿੰਦੀ ਇੰਦਰਾ ਗਾਂਧੀ ਵਿਖਾਈ ਗਈ। ਚੋਣ ਮੁਹਿੰਮ ਵਿੱਚ ਉਹਦੇ ਭਾਸ਼ਣਾਂ ਦੀਆਂ ਕੈਸਟਾਂ ਇਸ ਵਿਸ਼ੇ 'ਤੇ ਲਾਈਆਂ ਗਈਆਂ ਕਿ ਜੇ ਮੈਂ ਅੱਜ ਮਰ ਜਾਵਾਂ ਮੇਰੇ ਖੂਨ ਦੀ ਹਰ ਬੂੰਦ ਕੌਮ ਨੂੰ ਸ਼ਕਤੀ ਦੇਵੇਗੀ। ਫਿਰ ਰਾਜੀਵ ਗਾਂਧੀ ਦਾ ਇੱਕ ਸੁੰਦਰ ਨੌਜਵਾਨ ਬੇਦਾਗ ਅਤੇ ਅਗਾਂਹ ਵਧੂ ਰਾਜਕੁਮਾਰ ਦਾ ਚਿੱਤਰ ਵਿਖਾਏ ਗਏ ਜੋ ਮੁਲਕ ਵਿੱਚੋਂ ਰਾਜਨੀਤੀ ਦੇ ਗੰਦ ਨੂੰ ਹੂੰਝ ਦੇਵੇਗਾ। ਉਸ ਨੂੰ ਮਿਸਟਰ ਕਲੀਨ ਸਾਫ ਸੁਥਰਾ ਬੇਦਾਗ ਕਿਹਾ ਗਿਆ ਜੋ ਜਵਾਨ ਅਤੇ ਸਮਰਪਿਤ ਵਿਅਕਤੀਆਂ ਨੂੰ ਨਾਲ ਲੈ ਕੇ ਮੁਲਕ ਨੂੰ ਸਾਮੰਤ ਯੁੱਗ ਦੇ ਪਛੜੇਪਣ 'ਚੋਂ 21ਵੀਂ ਸਦੀ ਦੇ ਕੰਪਿਊਟਰ ਯੁੱਗ ਵਿੱਚ ਲੈ ਜਾਵੇਗਾ। ਕੋਈ ਵੀ ਪਹਿਲੀ ਚੋਣ ਕਾਂਗਰਸ ਪਾਰਟੀ ਨੇ ਪੇਸ਼ੇਵਾਰਾਨਾ ਕੌਸ਼ਲਤਾ ਅਤੇ ਮੰਡੀਕਰਨ ਦੇ ਨਵੀਨ ਉਪਾਅ ਅਤੇ ਢੰਗ ਵਰਤ ਕੇ ਨਹੀਂ ਲੜੀ ਸੀ ਅਤੇ ਨਾ ਹੀ ਇਸ ਚੋਣ ਜਿੰਨਾ ਰੁਪਇਆ ਪਹਿਲਾਂ ਖਰਚਿਆ ਗਿਆ ਸੀ ਇਸ ਨੇ ਬੜੇ ਵਧੀਆ ਲਾਭ ਵੀ ਦਿੱਤੇ, ਜਿਸ ਨਾਲ ਇੱਕ ਅਜਿਹੀ ਹਵਾ ਚੱਲੀ ਕਿ ਉੱਤਰੀ ਭਾਰਤ ਦੇ ਚੋਣ ਮੁਹਾਜ਼ ਤੋਂ ਵਿਰੋਧੀ ਧਿਰ ਦਾ ਸਫਾਇਆ ਹੋ ਗਿਆ। ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਮੁਲਕ ਭਰ ਦੀਆਂ ਅੱਧੀਆਂ ਵੋਟਾਂ ਪ੍ਰਾਪਤ ਕਰਕੇ ਲੋਕ ਸਭਾ ਦੀਆਂ 540 ਵਿੱਚੋਂ 410 ਭਾਵ 80% ਸੀਟਾਂ ਪ੍ਰਾਪਤ ਕਰ ਲਈਆਂ। ਇਹ ਪ੍ਰਧਾਨ ਮੰਤਰੀ ਨਹਿਰੂ ਜਾਂ ਇੰਦਰਾ ਗਾਂਧੀ ਦੇ ਸਮੇਂ ਨਾਲੋਂ ਵੀ ਕਿਤੇ ਵਧੇਰੇ ਸਨ। ਰਾਜੀਵ ਗਾਂਧੀ ਉਮੀਦ ਤੋਂ ਵੀ ਵਧੇਕ ਜਿੱਤ ਪ੍ਰਾਪਤ ਕਰ ਗਿਆ, ਪਰੰਤੂ ਇਹ ਗੱਲ ਵਰਣਨਯੋਗ ਹੈ ਕਿ ਕਾਂਗਰਸ ਦੀ ਯਕੀਨੀ ਜਿੱਤ ਵਧੇਰੇ ਕਰਕੇ ਉਹਨਾਂ ਰਾਜਾਂ ਵਿੱਚ ਹੀ ਹੋਈ ਸੀ ਜਿੱਥੇ ਸਿੱਖ ਵਿਰੋਧੀ ਜਜ਼ਬਾਤ ਜ਼ਿਆਦਾ ਭਾਰੂ ਸਨ। ਪਰੰਤੂ ਪੱਛਮੀ ਬੰਗਾਲ, ਅਸਾਮ ਅਤੇ ਦੱਖਣੀ ਰਾਜਾਂ ਜਿਵੇਂ ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕਾ ਜਿੱਥੋਂ ਦੇ ਮਤਦਾਤਾ ਕਥਿਤ ਸਿੱਖ ਬੇਵਫਾਈ ਤੋਂ ਅਣਜਾਣ ਸਨ ਉੱਥੇ ਵਿਰੋਧੀ ਦਲਾਂ ਦੀ ਸਥਿਤੀ ਠੀਕ ਸੀ। 5 ਜਨਵਰੀ 1985 ਨੂੰ ਆਪਣੀ ਚੋਣਾਂ ਵਿੱਚ ਜਿੱਤ ਪਿੱਛੋਂ ਆਪਣੇ ਪਹਿਲੇ ਰਾਸ਼ਟਰੀ ਪ੍ਰਸਾਰਨ ਵਿੱਚ ਰਾਜੀਵ ਗਾਂਧੀ ਨੇ ਕਿਹਾ ਕਿ ਉਹ ਪੰਜਾਬ ਸਮਝੌਤੇ ਨੂੰ ਪਹਿਲ ਦੇਵੇਗਾ। ਇੱਕ ਦਿਨ ਪਹਿਲਾਂ ਉਸਨੇ ਐਸ.ਬੀ. ਚੌਹਾਨ, ਪੀ.ਵੀ. ਨਰਸਿਮਹਾ ਰਾਓ ਅਤੇ ਕੇ.ਸੀ. ਪੰਤ ਉੱਪਰ ਆਧਾਰਿਤ ਇੱਕ ਉਪ ਕਮੇਟੀ ਉਸ ਮਸਲੇ ਨੂੰ ਸੁਲਝਾਉਣ ਲਈ ਸਲਾਹ ਦੇਣ ਲਈ ਗਠਿਤ ਕੀਤੀ ਸੀ। ਕਿਉਂਕਿ 10 ਰਾਜਾਂ ਵਿੱਚ ਮਾਰਚ ਦੇ ਪਹਿਲੇ ਹਫ਼ਤੇ ਚੋਣਾਂ ਹੋਣ ਵਾਲੀਆਂ ਸਨ, ਇਸ ਕਾਰਨ ਉਪ ਕਮੇਟੀ ਚੋਣਾਂ ਖਤਮ ਹੋਣ ਤੱਕ ਪੰਜਾਬ ਸਮੱਸਿਆ ਵੱਲ ਬਹੁਤਾ ਧਿਆਨ ਨਾ ਦੇ ਸਕੀ। 7 ਮਾਰਚ 1985 ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨੂੰ ਆਖਰੀ ਚੇਤਾਵਨੀ ਦੇ ਦਿੱਤੀ ਕਿ ਜੇ ਉਸਨੇ ਨਵੰਬਰ 1984 ਨੂੰ ਹੋਏ ਸਿੱਖ ਕਤਲੇਆਮ ਦੀ ਅਦਾਲਤੀ ਪੜਤਾਲ ਨਾ ਕਰਵਾਈ ਅਤੇ ਉਹਨਾਂ ਦੇ ਨੇਤਾਵਾਂ ਨੂੰ 13 ਅਪ੍ਰੈਲ ਯਾਨੀ ਪਹਿਲੀ ਵਿਸਾਖ ਤੱਕ ਰਿਹਾ ਨਾ ਕੀਤਾ ਤਾਂ ਉਹ ਇੱਕ ਹੋਰ ਨਸਲਘਾਤ ਮੋਰਚਾ ਲਾ ਦੇਣਗੇ। ਰਾਜੀਵ ਗਾਂਧੀ ਅਕਾਲੀਆਂ ਨਾਲ ਇੱਕ ਹੋਰ ਟੱਕਰ ਨਹੀਂ ਚਾਹੁੰਦਾ ਸੀ। ਦੋ ਪ੍ਰਭਾਵਸ਼ਾਲੀ ਚੋਣ ਜਿੱਤਾਂ ਨਾਲ ਅਤੇ ਉਹਦੀ ਨਜ਼ਰ ਨੂੰ ਧੁੰਦਲਾਉਣ ਵਾਲੀ ਕਿਸ ਹੋਰ ਰਾਜਸੀ ਪ੍ਰਭਾਵ ਪਾਉਣ ਵਾਲੀ ਕਿਸੇ ਹੋਰ ਲਟਕਦੀ ਸਮੱਸਿਆ ਦੇ ਅਭਾਵ ਕਾਰਨ ਉਸਨੇ ਪੰਜਾਬ ਸਮੱਸਿਆ ਦੇ ਨਿਪਟਾਰੇ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਹਦੀ ਪਹੁੰਚ ਆਪਣੀ ਮਾਂ ਦੀ ਪਹੁੰਚ ਨਾਲੋਂ ਬਿਲਕੁਲ ਵੱਖਰੀ ਸੀ। ਉਹ ਸਦਾ ਹੀ ਚੋਣਾਂ ਵਿੱਚ ਆਪਣੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੀ ਸੀ। ਉਹ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੀ ਕਾਹਲ ਵਿੱਚ ਨਹੀਂ ਹੁੰਦੀ ਸੀ ਅਤੇ ਆਮ ਕਰਕੇ ਅਜਿਹਾ ਸਮਝੌਤਾ ਕਰਨ ਦੇ ਵਿਰੁੱਧ ਹੁੰਦੀ ਸੀ ਜਿਸ ਨਾਲ ਉਹਦੇ ਰਾਜਸੀ ਵਿਰੋਧੀਆਂ ਦੀ ਲੋਕਾਂ ਦੀਆਂ ਨਜ਼ਰਾਂ ਵਿੱਚ ਪਲ ਬਣੇ। 23 ਜੂਨ 1980 ਵਿੱਚ ਉਹਦੇ ਛੋਟੇ ਚਹੇਤੇ ਬੇਟੇ ਅਤੇ ਉੱਤਰਾਧਿਕਾਰੀ ਵਜੋਂ ਚੁਣੇ ਹੋਏ ਸੰਜੇ ਗਾਂਧੀ ਦੇ ਹਵਾਈ ਹਾਦਸੇ ਵਿੱਚ ਮਾਰੇ ਜਾਣ ਪਿੱਛੋਂ ਉਹ ਡਾਮਾਡੋਲ ਅਤੇ ਅਸਥਿਰ ਸੁਭਾਅ ਵਾਲੀ ਬਣ ਗਈ ਸੀ ਅਤੇ ਅਕਾਲੀਆਂ ਨਾਲ ਸਮਝੌਤਾ ਕਰਨ ਨੂੰ ਟਾਲਣ ਲਈ ਕੋਈ ਨਾ ਕੋਈ ਬਹਾਨਾ ਭਾਲ ਲੈਂਦੀ ਸੀ। ਨਤੀਜਾ ਇਹ ਹੋਇਆ ਕਿ ਉਹਦੀ ਸਰਕਾਰ ਨਾਲ ਸਮਝੌਤਾ ਕਰਨ ਵਾਲੇ ਨਰਮ ਖਿਆਲੀਆਂ ਦੀ ਥਾਂ ਭਿੰਡਰਾਂਵਾਲੇ ਦੀ ਅਗਵਾਈ ਵਾਲੇ ਕੱਟੜ ਅਤੇ ਉਗਰਵਾਦੀ ਭਾਰੂ ਹੋ ਗਏ ਅਤੇ ਜ਼ੋਰ ਫੜ ਗਏ।
ਰਾਜੀਵ ਗਾਂਧੀ ਨੇ ਨੀਤੀ ਉਲਟਾ ਦਿੱਤੀ ਤੇ ਨਰਮ ਖਿਆਲੀ ਤੇ ਅਕਾਲੀ ਨੇਤਾਵਾਂ ਨੂੰ ਇਸ ਆਸ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਕਿ ਉਹ ਆਤੰਕਵਾਦੀਆਂ ਨਾਲ ਟੱਕਰ ਲੈ ਸਕਣਗੇ। ਜੋ ਨੀਤੀ ਅਪਣਾਈ ਗਈ ਉਸ ਅਨੁਸਾਰ ਅਕਾਲੀਆਂ ਨੂੰ ਸਦਭਾਵਨਾ ਦਾ ਇਸ਼ਾਰਾ ਦੇ ਕੇ ਅਗਲਾ ਕਦਮ ਉਠਾਉਣ ਤੋਂ ਪਹਿਲਾਂ ਉਹਨਾਂ ਦੀ ਤੇ ਉਹਨਾਂ ਦੀ ਸਮੁੱਚੀ ਕੌਮ ਦੀ ਪ੍ਰਤੀਕਿਰਿਆ ਵੇਖਣਾ ਸੀ। 12 ਮਾਰਚ 1985 ਨੂੰ 8 ਚੋਟੀ ਦੇ ਅਕਾਲੀ ਨੇਤਾਵਾਂ ਲੌਂਗੋਵਾਲ ਤੇ ਬਰਨਾਲਾ ਵਰਗੇ ਨਰਮ ਖਿਆਲੀਏ ਤੇ ਅੱਤਵਾਦੀ ਧੜੇ ਦੇ ਤਲਵੰਡੀ ਰਿਹਾ ਕਰ ਦਿੱਤੇ ਗਏ। ਟੌੜਾ ਤੇ ਬਾਦਲ ਜੇਲ੍ਹ ਵਿੱਚ ਹੀ ਰੱਖੇ ਗਏ। 2 ਦਿਨ ਮਗਰੋਂ ਅਰਜਨ ਸਿੰਘ, ਜਿਸ ਨੇ ਇੱਕ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ, ਉਸ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕਰ ਦਿੱਤਾ ਗਿਆ ਸੀ। ਉਸ ਮਗਰੋਂ ਤਾਂ ਇਹ ਅਰਜਨ ਸਿੰਘ ਹੀ ਸੀ ਜੋ ਹੋਰ ਕਿਸੇ ਨਾਲੋਂ ਹਰ ਕਦਮ 'ਤੇ ਕੇਂਦਰ ਸਰਕਾਰ ਨੂੰ ਸਮੱਸਿਆ ਹੱਲ ਕਰਨ ਲਈ ਪਹੁੰਚ ਅਪਣਾਉਣ ਲਈ ਸਲਾਹ ਦਿੰਦਾ ਰਿਹਾ। ਉਸ ਸਮੇਂ ਤੱਕ ਉਪ ਕਮੇਟੀ ਨੇ ਰਾਜ ਦਾ ਦੌਰਾ ਕਰ ਲਿਆ ਤੇ ਲੋਕਾਂ ਦੇ ਰੋਹ ਨੂੰ ਭਾਂਪ ਲਿਆ ਸੀ। ਪਹਿਲਾਂ ਤੇ ਪੰਜਾਬ ਵਿੱਚ ਪ੍ਰੈਸ ਤੇ ਲਾਗੂ ਸੈਂਸਰ ਨਰਮ ਕਰ ਦਿੱਤਾ ਗਿਆ ਤੇ ਫਿਰ ਕੁਝ ਜ਼ਿਲ੍ਹਿਆਂ ਵਿੱਚੋਂ ਫੌਜ ਹਟਾ ਲਈ ਗਈ। 11 ਅਪ੍ਰੈਲ 1985 ਨੂੰ ਸਰਕਾਰ ਨੇ 1984 ਨਵੰਬਰ ਦੇ ਕਤਲੇਆਮ ਦੀ ਅਦਾਲਤੀ ਪੜਤਾਲ ਕਰਾਉਣ ਲਈ ਰਜ਼ਾਮੰਦੀ ਦਾ ਐਲਾਨ ਕਰ ਦਿੱਤਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਪਾਬੰਦੀ ਹਟਾ ਲਈ ਤੇ ਨਜ਼ਰਬੰਦਾਂ ਦੇ ਕੇਸਾਂ 'ਤੇ ਪੁਨਰ ਵਿਚਾਰ ਕਰਨ ਲਈ ਸਹਿਮਤ ਹੋ ਗਈ। ਵਿਸਾਖ ਦੇ ਪਹਿਲੇ ਦਿਨ 53 ਨਜ਼ਰਬੰਦਾਂ ਦੀ ਪਹਿਲੀ ਟੋਲੀ ਰਿਹਾ ਕਰ ਦਿੱਤੀ ਗਈ ਤੇ ਰਾਜੀਵ ਗਾਂਧੀ ਨੇ ਪੰਜਾਬ ਸਮੱਸਿਆ ਹੱਲ ਕਰਨ ਦੀ ਆਪਣੀ ਦ੍ਰਿੜਤਾ ਦੁਹਰਾਈ। 23 ਮਾਰਚ 1985 ਨੂੰ ਪੰਜਾਬ ਦੀ ਆਪਣੀ ਪਹਿਲੀ ਯਾਤਰਾ ਸਮੇਂ ਉਸਨੇ ਸੈਣੀਵਾਲਾ ਦੇ ਸਥਾਨ 'ਤੇ ਕੁਝ ਆਰਥਿਕ ਉਪਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਕਪੂਰਥਲਾ ਵਿੱਚ ਰੇਲ ਡੱਬੇ ਬਣਾਉਣ ਦਾ ਕਾਰਖਾਨਾ ਸਥਾਪਿਤ ਕਰਨਾ ਸ਼ਾਮਲ ਸੀ ਤੇ ਜਿਸ ਨੇ 2000 ਕੁਸ਼ਲ ਤੇ ਸਿੱਖਿਅਤ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਨਾ ਸੀ। ਕੁਝ ਸਮੇਂ ਤਾਂ ਸਰਕਾਰ ਵੇਖਦੀ ਰਹੀ ਕਿ ਅਕਾਲੀਆਂ ਪ੍ਰਤੀ ਸਿੱਖ ਜਨਤਾ ਦੀ ਕੀ ਪ੍ਰਤੀਕਿਰਿਆ ਸੀ। ਆਮ ਭਾਵਨਾ ਇਹੋ ਸੀ ਕਿ ਉਹਨਾਂ ਨੇ ਫੌਜ ਅੱਗੇ ਆਤਮ ਸਮਰਪਣ ਕਰਕੇ ਸਿੱਖ ਰਵਾਇਤ ਨੂੰ ਦਾਗ ਲਾਇਆ ਸੀ। ਸੰਤ ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਤੇ ਧਰਮਯੁੱਧ ਮੋਰਚੇ ਦਾ ਡਿਕਟੇਟਰ ਰਿਹਾ ਸੀ ਤੇ ਜੋ ਕੁਝ ਵਾਪਰਿਆ ਸੀ ਉਸ ਬਾਰੇ ਸਪਸ਼ਟੀਕਰਨ ਦੇਣ ਦਾ ਕੰਮ ਹੁਣ ਉਹਦੇ ਜ਼ਿੰਮੇ ਸੀ। ਉਸਨੇ ਦਿੱਲੀ ਤੇ ਸਮੁੱਚੇ ਪੰਜਾਬ ਵਿੱਚ ਸਭਾਵਾਂ ਨੂੰ ਸੰਬੋਧਨ ਕੀਤਾ। ਉਸਨੇ ਚਿਕਨੀਆਂ ਚੋਪੜੀਆਂ ਗੱਲਾਂ ਨਾ ਕੀਤੀਆਂ। ਉਸਨੇ ਕੇਂਦਰੀ ਸਰਕਾਰ ਤੇ ਫੌਜ ਦੀ ਨਿੰਦਿਆ ਵੀ ਕੀਤੀ ਤੇ ਸ਼੍ਰੀਮਤੀ ਗਾਂਧੀ ਨੂੰ ਵਡਿਆਇਆ ਵੀ। ਉਸ ਦੇ ਭਾਵ ਨਾਲ ਹੀ ਉਸਨੇ ਆਤੰਕਵਾਦੀ ਆਲੋਚਨਾ ਵੀ ਕੀਤੀ, ਵੱਖਵਾਦ ਨੂੰ ਨਿੰਦਿਆ, ਸਿੱਖਾਂ ਤੇ ਹਿੰਦੂਆਂ ਦੀ ਇਕਸੁਰਤਾ ਦੀ ਵਕਾਲਤ ਕੀਤੀ। 4 ਸਾਲ ਤੋਂ ਡਰ ਤੇ ਗੜਬੜ ਵਿੱਚ ਰਹਿ ਰਹੇ ਪੰਜਾਬੀਆਂ ਨੇ ਉਹਦੇ ਵਿਚਾਰਾਂ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ। ਅੱਤਵਾਦੀਆਂ ਨੇ ਵੇਖਿਆ ਕਿ ਉਹ ਤਾਂ ਮੁੱਖ ਧਾਰਾ ਤੋਂ ਛੇਕੇ ਗਏ ਹਨ। 25 ਮਾਰਚ 1985 ਨੂੰ ਤਲਵੰਡੀ ਦਾ ਤੇਜ਼ ਘਟਣ ਨਾਲ ਉਸਦੇ ਅੱਧੇ ਸਮਰਥਕ ਉਹਦਾ ਸਾਥ ਛੱਡ ਕੇ ਲੌਂਗੋਵਾਲ ਦਲ ਵਿੱਚ ਸ਼ਾਮਲ ਹੋ ਗਏ। ਤਲਵੰਡੀ ਦੇ ਪਤਨ ਪਿੱਛੋਂ ਸਰਕਾਰ ਨੇ 19 ਅਪ੍ਰੈਲ ਨੂੰ ਟੌੜੇ ਨੂੰ ਤੇ ਕੁਝ ਚਿਰ ਮਗਰੋਂ ਬਾਦਲ ਨੂੰ ਰਿਹਾ ਕਰ ਦਿੱਤਾ। ਹੁਣ ਸਰਕਾਰ ਇਹ ਦੇਖ ਸਕਦੀ ਸੀ ਕਿ ਤਿੰਨਾਂ ਵਿੱਚੋਂ ਉਹ ਕਿਸ ਨਾਲ ਗੱਲਬਾਤ ਕਰੇ। ਟੌੜਾ, ਜੋ 13 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚਲਿਆ ਰਿਹਾ ਸੀ, ਉਹ ਖਾਲਿਸਤਾਨੀਆਂ ਪ੍ਰਤੀ ਹਮਦਰਦੀ ਰੱਖਦਾ ਆਇਆ ਸੀ। ਉਸ ਦੀ ਪ੍ਰਤਿਸ਼ਠਾ ਬਹੁਤ ਘਟ ਗਈ ਸੀ। ਉਹ ਤਾਂ ਵੱਧ ਤੋਂ ਵੱਧ ਭੜਕਾਹਟ ਵਿੱਚ ਆਈ ਸੰਗਤ ਸਾਹਮਣੇ ਸਵਰਨ ਮੰਦਰ ਵਿੱਚ ਪਹੁੰਚਣ 'ਤੇ ਇਹੋ ਐਲਾਨ ਕਰ ਸਕਿਆ ਕਿ ਤਨਖਾਹੀਆ ਐਲਾਨੇ ਹੋਏ ਬਾਬਾ ਸੰਤਾ ਸਿੰਘ ਨਿਹੰਗ ਤੇ ਬੂਟਾ ਸਿੰਘ ਦੇ ਅਪਵਿੱਤਰ ਹੱਥਾਂ ਨਾਲ ਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਰਾਹੀਂ ਬਣਾਇਆ ਗਿਆ ਅਕਾਲ ਤਖ਼ਤ ਕਾਰ ਸੇਵਾ ਰਾਹੀਂ ਦੁਬਾਰਾ ਬਣਾਇਆ ਜਾਵੇਗਾ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦਾ ਬਿੰਬ ਚਮਕੇਗਾ। ਉਸ ਦੇ ਇਸ ਸੁਝਾਅ ਵੱਲ ਕਿਸੇ ਨੇ ਖਾਸ ਧਿਆਨ ਨਾ ਦਿੱਤਾ ਤੇ ਮਹੀਨੇ ਮਗਰੋਂ ਆਲ ਇੰਡੀਆ ਸਿੱਖ ਸਟੂਡੈਂਟਸ ਨੇ ਟੌੜੇ ਤੋਂ ਭਵਨ ਨੂੰ ਢਾਉਣ ਤੇ ਪੁਨਰ ਨਿਰਮਾਣ ਦੀ ਪਹਿਲ ਖੋਹ ਲਈ। ਟੌੜਾ ਨੇ ਹਾਲ ਦੀ ਘੜੀ ਲੌਂਗੋਵਾਲ ਦੀ ਗੱਡੀ ਤੇ ਸਵਾਰ ਹੋਣ ਦਾ ਫੈਸਲਾ ਕਰ ਲਿਆ। ਬਾਦਲ, ਜੋ ਅਜੇ ਵੀ ਅਗਲੇ ਮਾਰਗ ਲਈ ਦੁਚਿੱਤੀ ਵਿੱਚ ਸੀ, ਉਸਨੇ ਲੌਂਗੋਵਾਲ ਦਾ ਸਮਰਥਨ ਕਰ ਦਿੱਤਾ। ਤਲਵੰਡੀ ਨੇ ਭਿੰਡਰਾਂਵਾਲੇ ਦੇ ਪਿਤਾ 80 ਸਾਲਾ ਬਾਬਾ ਜੋਗਿੰਦਰ ਸਿੰਘ ਨੂੰ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਲਈ ਤਿਆਰ ਕਰਕੇ ਅਕਾਲੀ ਦਲ 'ਤੇ ਕਾਬਜ਼ ਹੋਣ ਦੀ ਇੱਕ ਹੋਰ ਅਸਫਲ ਕੋਸ਼ਿਸ਼ ਕੀਤੀ। ਉਸ ਦੇ ਨਾਲ ਸ਼੍ਰੀਮਤੀ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੀ ਵਿਧਵਾ ਬਿਮਲ ਖਾਲਸਾ ਵੀ ਸੀ। ਪੰਥਕ ਏਕਤਾ ਦੇ ਨਾਮ 'ਤੇ ਬਾਬਾ ਜੋਗਿੰਦਰ ਸਿੰਘ ਨੇ ਅਕਾਲੀ ਦਲ ਦੇ ਪਦ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸ ਨੂੰ ਆਪਣੇ ਤਿਆਗ ਪੱਤਰ ਸੌਂਪ ਦੇਣ। ਫਿਰ ਉਸਨੇ ਨਵੀਂ ਕਾਰਜਕਾਰਨੀ ਬਣਾਈ, ਜਿਸ ਵਿੱਚ ਉਸਨੇ ਨਰਮ ਖਿਆਲੀਆਂ ਨਾਲੋਂ ਵਧੇਰੇ ਮਹੱਤਵ ਅੱਤਵਾਦੀਆਂ ਨੂੰ ਦਿੱਤਾ। ਲੌਂਗੋਵਾਲ ਨੇ ਤੁਰੰਤ ਆਪਣਾ ਤਿਆਗ ਪੱਤਰ ਦੇ ਦਿੱਤਾ ਤੇ ਸਿਆਸਤ ਤੋਂ ਉਸਨੇ ਆਸ ਲੈ ਕੇ ਉਹ ਆਪਣੇ ਪਿੰਡ ਚਲਾ ਗਿਆ। ਉਹਦਾ ਇਹ ਜੂਆ ਸਫਲ ਹੋ ਗਿਆ, ਭਾਵ ਉਸ ਦਾ ਦਾਅ ਫੁਰ ਗਿਆ। ਸਾਬਕ ਕੇਂਦਰੀ ਪਾਰਲੀਮੈਂਟ ਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਸਮੇਤ ਸਾਰੇ ਪ੍ਰਤਿਸ਼ਠਿਤ ਤੇ ਉੱਚ ਆਗੂ ਦੇ ਪਿੰਡ ਉਹਦੇ ਟਿਕਾਣੇ 'ਤੇ ਗਏ ਤੇ ਉਸ ਨੂੰ ਵਾਗਡੋਰ ਸੰਭਾਲਣ ਲਈ ਆਖਿਆ। ਤਲਵੰਡੀ ਤੋਂ ਉਹਦੇ ਬਿਰਧ ਮੋਹਰੇ ਨੂੰ ਹਾਰ ਹੋ ਗਈ, ਭਾਵ ਉਹ ਮਾਤ ਖਾ ਗਏ। 14 ਮਈ 1985 ਨੂੰ ਉਹਨਾਂ ਨੇ ਮੁਕਾਬਲੇ ਤੇ ਸਾਂਝਾ ਅਕਾਲੀ ਦਲ ਬਣਾ ਲਿਆ ਤੇ ਇਹ ਖਾਲਿਸਤਾਨੀਆਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਅਨੇਕ ਆਤੰਕਵਾਦੀ ਗੁੱਟਾਂ ਦੀ ਸੁਰੱਖਿਆ ਸੰਸਥਾ ਬਣ ਗਈ। ਇਸ ਟੱਕਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਜਨ ਸਮੂਹ ਦਾ ਭਰੋਸਾ ਆਤੰਕਵਾਦੀਆਂ ਨਾਲੋਂ ਲੌਂਗੋਵਾਲ ਦੀ ਅਗਵਾਈ ਵਿਚਲੇ ਨਰਮ ਖਿਆਲੀਆਂ ਵਿੱਚ ਵਧੇਰੇ ਸੀ। ਰਾਜਪਾਲ ਅਰਜਨ ਸਿੰਘ, ਜਿਸ ਨੇ ਲੌਂਗੋਵਾਲ, ਟੌੜਾ ਤੇ ਬਾਦਲ ਨੂੰ ਟੋਇਆ ਸੀ, ਉਸਨੇ ਸਹੀ ਅੰਦਾਜ਼ਾ ਲਾਇਆ ਕਿ ਉਸ ਨੂੰ ਲੌਂਗੋਵਾਲ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਰਾਜਪਾਲ ਦੀ ਸਲਾਹ ਮੰਨਦਿਆਂ ਕੇਂਦਰੀ ਸਰਕਾਰ ਨੇ ਲੋਕਾਂ ਦਾ ਵਿਸ਼ਵਾਸ ਸੰਤ ਵਿੱਚ ਕਾਇਮ ਕਰਨ ਲਈ ਅਗਲੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ। 27 ਜੂਨ ਨੂੰ ਇਹ ਐਲਾਨ ਕਰ ਦਿੱਤਾ ਗਿਆ ਕਿ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ਪੜਤਾਲ ਸੁਪਰੀਮ ਕੋਰਟ ਦਾ ਜੱਜ RN ਮਿਸ਼ਰਾ ਕਰੇਗਾ।
ਰਾਜਪਾਲ ਅਰਜਨ ਸਿੰਘ ਨੇ ਸਿੱਖ ਨਜ਼ਰਬੰਦਾਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ। ਅੱਜ ਜੁਲਾਈ ਤੱਕ 1700 ਬੰਦੀ ਛੱਡ ਦਿੱਤੇ ਗਏ। ਅਕਾਲੀਆਂ ਨਾਲ ਮੁੜ ਗੱਲਬਾਤ ਸ਼ੁਰੂ ਕਰਨੀ ਬੜੀ ਤਿਲਕਣਬਾਜ਼ੀ ਵਾਲਾ ਕੰਮ ਸੀ। ਤਜਰਬੇ ਨੇ ਸਾਬਤ ਕਰ ਦਿੱਤਾ ਸੀ ਕਿ ਸਰਕਾਰ ਨਾਲ ਗੱਲਬਾਤ ਕਰਨ ਵਾਲੇ ਨੂੰ ਛੇਤੀ ਹੀ ਸਰਕਾਰੀ ਏਜੰਟ ਕਹਿ ਕੇ ਤਿਰਸਕਾਰਿਆ ਜਾਂਦਾ ਸੀ। 2 ਜੁਲਾਈ 1985 ਨੂੰ ਰਾਜੀਵ ਗਾਂਧੀ ਨੇ ਸੰਤ ਲੌਂਗੋਵਾਲ ਨੂੰ ਗੁਪਤ ਪੱਤਰ ਭੇਜ ਕੇ ਗੱਲਬਾਤ ਸ਼ੁਰੂ ਕਰਨ ਦੀ ਉਪਯੋਗਤਾ ਦਾ ਪਤਾ ਕਰਨ ਲਈ ਪਹਿਲ ਕੀਤੀ। ਇਸ ਬਾਰੇ ਕੁਝ ਕੁ ਲੋਕਾਂ ਨੂੰ ਹੀ ਰਾਜਦਾਰ ਬਣਾਇਆ ਗਿਆ। ਆਪਣੇ ਵੱਲੋਂ ਸੰਤ ਲੌਂਗੋਵਾਲ ਨੇ ਸੀਨੀਅਰ ਅਕਾਲੀ ਨੇਤਾਵਾਂ ਨੂੰ ਵੀ ਟੋਇਆ। ਟੌੜਾ ਤੇ ਬਾਦਲ ਨੇ ਚੌਕਸੀ ਤੇ ਸਾਵਧਾਨੀ ਦੀ ਸਲਾਹ ਦਿੱਤੀ। ਬਰਨਾਲਾ ਤੇ ਬਲਵੰਤ ਸਿੰਘ ਨੇ ਗੱਲਬਾਤ ਚਲਾਉਣ ਦੀ ਸਲਾਹ ਦਿੱਤੀ। ਵਿਰੋਧੀ ਸਲਾਹਾਂ ਵਿੱਚ ਫਸੇ ਸੰਤ ਨੇ ਪਵਿੱਤਰ ਗ੍ਰੰਥ ਤੋਂ ਅਗਵਾਈ ਮੰਗੀ। ਅਰਦਾਸ ਕਰਨ ਉਪਰੰਤ ਉਸਨੇ ਵਾਕ ਲਿਆ। ਜੋ ਵਾਕ ਨਿਕਲਿਆ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸੀ, ਜਿਸ ਦਾ ਭਾਵ ਇਹ ਸੀ ਕਿ ਦੁਚਿੱਤੀ ਛੱਡ ਕੇ ਗੁਰੂ ਦੀ ਅਗਵਾਈ ਪ੍ਰਾਪਤ ਕਰੋ। ਸੰਤ ਪ੍ਰਧਾਨ ਮੰਤਰੀ ਨਾਲ 2 ਜੁਲਾਈ 1985 ਨੂੰ ਮੁਲਾਕਾਤ ਕਰਨ ਲਈ ਸਹਿਮਤ ਹੋ ਗਿਆ। ਦੋਵੇਂ ਧਿਰਾਂ ਇਸ ਪੱਖੋਂ ਸੁਚੇਤ ਸਨ ਕਿ ਸਫਲਤਾ ਲਈ ਜ਼ਰੂਰੀ ਹੈ ਕਿ ਵਾਰਤਾ ਨੂੰ ਗੁਪਤ ਰੱਖਿਆ ਜਾਵੇ ਤੇ ਜਿਹੜੇ ਸਿਆਸਤਦਾਨਾਂ ਦੀ ਅੜਿੱਕਾ ਪਾਉਣ ਦੀ ਸੰਭਾਵਨਾ ਹੋਵੇ ਉਹਨਾਂ ਨੂੰ ਗੱਲਬਾਤ ਵਿੱਚ ਸ਼ਾਮਲ ਨਾ ਕੀਤਾ ਜਾਵੇ ਤੇ ਉਹਨਾਂ ਨੂੰ ਮਾਮਲਾ ਨਜਿੱਠੇ ਜਾਣ ਪਿੱਛੋਂ ਹੀ ਸੂਚਿਤ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਆਪਣੇ ਨਾਲ ਕੇਵਲ ਰਾਜਪਾਲ ਅਰਜਨ ਸਿੰਘ ਨੂੰ ਹੀ ਆਪਣੇ ਵਿਸ਼ਵਾਸ ਪਾਤਰ ਵਜੋਂ ਚੁਣਿਆ। ਮੁਲਾਕਾਤਾਂ ਉਹਨਾਂ ਦਿਨਾਂ ਵਿੱਚ ਰੱਖੀਆਂ ਗਈਆਂ ਜਦੋਂ ਗਿਆਨੀ ਜ਼ੈਲ ਸਿੰਘ ਨੇ ਦਿੱਲੀ ਤੋਂ ਬਾਹਰ ਹੋਣਾ ਸੀ। ਆਪਣੇ ਮੰਤਰੀ ਬੂਟਾ ਸਿੰਘ ਤੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਵੀ ਕੁਝ ਨਾ ਦੱਸਿਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਉਪਲਬਧ ਰਹੇ। ਉਸ ਦੀ ਸ਼ਰਾਰਤ ਕਰਨ ਦੀ ਸ਼ਰਤੀ ਨੂੰ ਆਰਜ਼ੀ ਤੌਰ 'ਤੇ ਉਹਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੂਚੀ ਵਿਖਾ ਕੇ ਉਸ ਨੂੰ ਨਿਯੰਤਰਣ ਹੇਠ ਰੱਖਿਆ ਗਿਆ। ਰਾਜਸਥਾਨ ਦੇ ਮੁੱਖ ਮੰਤਰੀ ਨਾਲ ਕੋਈ ਸਲਾਹ ਮਸ਼ਵਰਾ ਨਾ ਕੀਤਾ ਗਿਆ। ਇਸ ਤਰ੍ਹਾਂ ਸੰਤ ਨੇ ਵੀ ਬਾਦਲ ਤੇ ਟੌੜਾ ਨੂੰ ਅਣਗੌਲਿਆਂ ਕੀਤਾ ਤੇ ਬਰਨਾਲਾ ਤੇ ਬਲਵੰਤ ਸਿੰਘ ਦੀ ਸਲਾਹ 'ਤੇ ਨਿਰਭਰ ਰਿਹਾ। ਸੰਤ ਲੌਂਗੋਵਾਲ ਦੇ ਦੋਹਾਂ ਸਲਾਹਕਾਰਾਂ ਨੂੰ ਰਾਤ ਨੂੰ ਦਿੱਲੀ ਲਿਜਾਇਆ ਗਿਆ ਤੇ ਅਗਲੇ ਦਿਨ ਉਹ ਚੰਡੀਗੜ੍ਹ ਪਹੁੰਚ ਗਏ। 23 ਜੁਲਾਈ 1985 ਨੂੰ ਸੰਤ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ। ਉਸ ਸਮੇਂ ਤੱਕ ਸਭ ਵਿਵਾਦਗ੍ਰਸਤ ਨੁਕਤੇ ਮੈਤਰੀਪੂਰਨ ਢੰਗ ਨਾਲ ਸੁਲਝਾ ਲਏ ਗਏ ਸਨ। 24 ਜੁਲਾਈ 1985 ਦੀ ਸਵੇਰ ਨੂੰ ਦੋਹਾਂ ਵਿਅਕਤੀਆਂ ਨੇ 11 ਨੁਕਾਤੀ ਦਸਤਾਵੇਜ਼ 'ਤੇ ਦਸਤਖਤ ਕਰ ਦਿੱਤੇ ਸਨ, ਜਿਸ ਵਿੱਚ ਉਹ ਸਾਰੀਆਂ ਮੁੱਖ ਸਮੱਸਿਆਵਾਂ ਹੱਲ ਕਰ ਲਈਆਂ ਗਈਆਂ ਜਿਹੜੀਆਂ ਅਕਾਲੀਆਂ ਨੇ ਆਪਣੀਆਂ ਮੰਗਾਂ ਦੀ ਸੂਚੀ ਦੇਣ ਸਮੇਂ ਪਹਿਲੇ ਦਿਨ ਪੇਸ਼ ਕੀਤੀਆਂ ਸਨ। ਦੋਹਾਂ ਧਿਰਾਂ ਵਿੱਚ ਸਮਝੌਤੇ ਦੀ ਭਾਵਨਾ ਸੀ। ਸਮਝੌਤੇ ਦੀਆਂ 11 ਮੱਦਾਂ ਵਿੱਚੋਂ 5 ਦਾ ਅਕਾਲੀਆਂ ਦੇ ਮੁੱਢਲੇ ਮੰਗ ਪੱਤਰ ਨਾਲ ਕੋਈ ਸਬੰਧ ਨਹੀਂ ਸੀ। 3 ਦਾ ਸਬੰਧ ਧਾਰਮਿਕ, ਸੱਭਿਆਚਾਰਕ ਤੇ ਭਾਸ਼ਾਈ ਮਾਮਲਿਆਂ ਨਾਲ ਸੀ, ਜਿਨ੍ਹਾਂ ਵਿੱਚੋਂ ਬਹੁਤੀਆਂ ਪਹਿਲਾਂ ਹੀ ਸ਼੍ਰੀਮਤੀ ਗਾਂਧੀ ਨੇ ਪ੍ਰਵਾਨ ਕਰ ਲਈਆਂ ਸਨ। ਸਿਰਫ ਬਾਕੀ ਦੇ 3 ਰਹਿੰਦੇ ਮਾਮਲਿਆਂ ਦਾ ਸਬੰਧ ਇਲਾਕਾਈ ਸਮਾਧਾਨ ਤੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੀਆਂ ਮਹੱਤਵਪੂਰਨ ਸਮੱਸਿਆਵਾਂ ਨਾਲ ਸੀ। ਇਹ ਦੱਸਣਾ ਮਹੱਤਵਪੂਰਨ ਹੈ ਕਿ ਅਜਿਹੇ ਹੀ ਸਮਝੌਤੇ 'ਤੇ 2 ਸਾਲ ਪਹਿਲਾਂ ਵੀ ਦਸਤਖਤ ਹੋ ਜਾਣੇ ਸਨ ਜੇਕਰ ਐਨ ਆਖਰੀ ਸਮੇਂ 'ਤੇ ਸ਼੍ਰੀਮਤੀ ਗਾਂਧੀ ਨੇ ਆਪਣਾ ਮਨ ਨਾ ਬਦਲਿਆ ਹੁੰਦਾ। ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਨੇ ਇੱਕ ਗੱਲ ਤਾਂ ਸਾਫ਼ ਕਰ ਦਿੱਤੀ ਕਿ ਜਿੱਥੋਂ ਤੱਕ ਨਰਮਦਲੀਏ ਅਕਾਲੀਆਂ ਦਾ ਸਬੰਧ ਸੀ, ਉਹ ਕਦੇ ਵੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮੰਗ ਵਜੋਂ ਤੋੜ ਮਰੋੜ ਕੇ ਪੇਸ਼ ਨਹੀਂ ਕਰਦੇ ਸਨ, ਪਰੰਤੂ ਉਹ ਪੰਜਾਬ ਲਈ ਵਧੇਰੇ ਖੁਦਮੁਖਤਾਰੀ ਚਾਹੁੰਦੇ ਸਨ। ਉਹ ਅਨੰਦਪੁਰ ਦਾ ਮਤਾ ਸਰਕਾਰੀਆ ਕਮਿਸ਼ਨ ਨੂੰ ਸੌਂਪਣ ਲਈ ਖੁਸ਼ੀ-ਖੁਸ਼ੀ ਤਿਆਰ ਹੋ ਗਏ। ਜਿਹੜੇ ਨੇਤਾਵਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ ਤੇ ਜਿਨ੍ਹਾਂ ਨੂੰ ਗੱਲਬਾਤ ਤੋਂ ਬਾਹਰ ਰੱਖਿਆ ਗਿਆ ਸੀ, ਉਹਨਾਂ ਦਾ ਅਪਮਾਨਿਤ ਮਹਿਸੂਸ ਕਰਨਾ ਸੁਭਾਵਿਕ ਸੀ। ਉਹਨਾਂ ਵਿੱਚ ਸਰਕਾਰੀ ਧਿਰ ਤੋਂ ਬੂਟਾ ਸਿੰਘ ਤੇ ਦਰਬਾਰਾ ਸਿੰਘ ਜੇ ਨੇਤਾ ਤੇ ਅਕਾਲੀ ਧਿਰ 'ਚੋਂ ਬਾਦਲ ਤੇ ਟੌੜਾ ਸਨ। ਸੰਤ ਲੌਂਗੋਵਾਲ ਨੇ ਇਹ ਮਸਲਾ ਜਨਤਾ ਵਿੱਚ ਲਿਜਾਣ ਦਾ ਫੈਸਲਾ ਕਰ ਲਿਆ। 26 ਜੁਲਾਈ 1985 ਨੂੰ ਇੱਕ ਵਿਸ਼ਾਲ ਸੰਮੇਲਨ ਦੇ ਸਾਹਮਣੇ ਅਨੰਦਪੁਰ ਵਿੱਚ ਇਸ ਨੂੰ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ ਦੇ ਸਾਹਮਣੇ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ। ਇਸ ਨੂੰ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦੇ ਦਿੱਤੀ ਗਈ, ਪਰ ਬਾਦਲ ਤੇ ਟੌੜਾ ਰਾਜ਼ੀ ਨਾ ਹੋਏ ਤੇ ਉਹਨਾਂ ਨੇ ਇਸ ਸਮਝੌਤੇ ਨੂੰ ਸਰਕਾਰ ਕੋਲ ਵਿਕ ਜਾਣਾ ਦੱਸਿਆ। ਸਰਕਾਰੀ ਧਿਰ ਵਿੱਚੋਂ ਬੂਟਾ ਸਿੰਘ ਤੇ ਦਰਬਾਰਾ ਸਿੰਘ ਆਪਣਾ ਪਾਨਾ ਲਾਉਣ ਲਈ ਸਮੇਂ ਦੀ ਉਡੀਕ ਕਰਨ ਲੱਗੇ। ਰਾਜੀਵ ਗਾਂਧੀ ਨੇ ਇੱਕ ਹੋਰ ਸਾਹਸੀ ਕਦਮ ਉਠਾਇਆ ਤੇ ਐਲਾਨ ਕਰ ਦਿੱਤਾ ਕਿ ਆਤੰਕਵਾਦ ਦੇ ਜਾਰੀ ਰਹਿਣ ਦੇ ਬਾਵਜੂਦ ਪੰਜਾਬ ਵਿੱਚ ਸਤੰਬਰ ਦੇ ਤੀਸਰੇ ਹਫ਼ਤੇ ਚੋਣਾਂ ਕਰਾਈਆਂ ਜਾਣਗੀਆਂ। ਸਾਂਝੇ ਅਕਾਲੀ ਦਲ ਦੀ ਅਗਵਾਈ ਵਿੱਚ ਆਤੰਕਵਾਦੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦੀ ਵੰਗਾਰ ਪਾਈ। ਉਹਨਾਂ ਦੀ ਲਲਕਾਰ ਦੀ ਬਹੁਤੇ ਲੋਕਾਂ ਨੇ ਪਰਵਾਹ ਨਾ ਕੀਤੀ। ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਉਹਨਾਂ ਨੇ ਉਸ ਵਿਅਕਤੀ ਨੂੰ ਹੀ ਮਾਰ ਮੁਕਾਉਣ ਦਾ ਫੈਸਲਾ ਕਰ ਲਿਆ ਜਿਸ ਨੇ ਉਹਨਾਂ ਦੀ ਸ਼ਾਖ ਤੇ ਮਹੱਤਤਾ ਹੀ ਖਤਮ ਕਰ ਦਿੱਤੀ ਸੀ। 21 ਅਗਸਤ 1985 ਨੂੰ ਇੱਕ ਪਿੰਡ ਦੇ ਗੁਰਦੁਆਰੇ ਦੀ ਸੰਗਤ ਦੇ ਭਾਰੀ ਇਕੱਠ ਵਿੱਚ ਆਤੰਕਵਾਦੀਆਂ ਦੀ ਇੱਕ ਟੋਲੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। 1985 ਦੀਆਂ ਚੋਣਾਂ। ਸਤੰਬਰ 1985 ਵਿੱਚ 13 ਲੋਕ ਸਭਾ ਦੀਆਂ ਸੀਟਾਂ ਤੇ 117 ਅਸੈਂਬਲੀ ਹਲਕਿਆਂ ਦੀਆਂ ਚੋਣਾਂ ਡੂੰਘੀ ਪਰਖ ਪੜਤਾਲ ਦੀ ਮੰਗ ਕਰਦੀਆਂ ਸਨ, ਕਿਉਂਕਿ ਸਿਆਸੀ ਪਾਰਟੀਆਂ ਦੇ ਆਪਸੀ ਮੁਕਾਬਲੇ ਨਾਲੋਂ ਇਹ ਜ਼ਿਆਦਾ ਕਰਕੇ ਸਮਝੌਤੇ ਪ੍ਰਤੀ ਲੋਕ ਨਿਰਣਾ ਜਾਂ ਜਨਮਤੀ ਸੀ। ਦਿਲਚਸਪ ਗੱਲ ਇਹ ਸੀ ਕਿ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਸਮਝੌਤੇ ਦੇ ਹੱਕ ਵਿੱਚ ਸਨ ਤੇ ਆਤੰਕਵਾਦ ਦੇ ਨਿੰਦਕ ਤੇ ਆਲੋਚਕ ਸਨ। ਅਕਾਲੀਆਂ ਲਈ ਸੰਤ ਲੌਂਗੋਵਾਲ ਇੱਕ ਸ਼ਹੀਦ ਸੀ ਤੇ ਕਾਂਗਰਸੀ ਸੁਚੇਤ ਰੂਪ ਵਿੱਚ ਸ਼੍ਰੀਮਤੀ ਗਾਂਧੀ ਦੀ ਸ਼ਹਾਦਤ ਵੱਲ ਸੰਕੇਤ ਕਰਨ ਤੋਂ ਬਚਾਅ ਕਰ ਰਹੇ ਸਨ।
ਉਹਨਾਂ ਦੇ ਚੋਣ ਮਨੋਰਥ ਪੱਤਰ ਆਰਥਿਕ ਪੁਨਰ ਉਥਾਨ ਨੂੰ ਸਮਰਪਿਤ ਸਨ ਤੇ ਉਹ ਸਿਆਸੀ ਮਤਭੇਦਾਂ ਦੇ ਬਾਵਜੂਦ ਇੱਕ ਤਰ੍ਹਾਂ ਦੇ ਹੀ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਅਕਾਲੀ ਦਲ, ਜਿਸ ਨੇ ਰਾਜ ਵਿਧਾਨ ਸਭਾ ਵਿੱਚ ਲਗਭਗ 2/3 ਬਹੁਮਤ ਪ੍ਰਾਪਤ ਕਰ ਲਿਆ ਸੀ, ਇਹ ਅਕਾਲੀ ਦਲ ਕਾਂਗਰਸ ਜਾਂ ਦੋਹਾਂ ਕਮਿਊਨਿਸਟ ਪਾਰਟੀਆਂ ਦੇ ਸ਼ਕਤੀ ਆਧਾਰ ਵਿੱਚ ਆਈ ਤਬਦੀਲੀ ਨਾਲੋਂ ਜ਼ਿਆਦਾ ਚੋਣ ਵਿਵਸਥਾ ਦੀ ਤਰੰਗ ਕਾਰਨ ਸੀ। ਸਿਰਫ ਸਜਾਖੜ ਜਨਸੰਘੀ, ਜੋ ਮੁੱਖ ਤੌਰ 'ਤੇ ਹਿੰਦੂ ਪਾਰਟੀ ਸੀ ਤੇ ਜਿਸ ਦਾ ਨਾਮ ਭਾਜਪਾ ਸੀ, ਉਹਦੀ ਲਗਭਗ ਹੋਂਦ ਹੀ ਖਤਮ ਹੋ ਗਈ ਸੀ। ਆਪਣੀ ਸਿਆਸੀ ਜ਼ਿੰਦਗੀ ਵਿੱਚ ਅਕਾਲੀ ਦਲ ਨੇ ਪਹਿਲੀ ਵਾਰ ਮੁੱਖ ਰੂਪ ਵਿੱਚ ਧਾਰਮਿਕ ਪਾਰਟੀ ਨਾਲੋਂ ਇੱਕ ਖੇਤਰੀ ਦਲ ਵਜੋਂ ਚੋਣ ਮੈਦਾਨ ਵਿੱਚ ਭਾਗ ਲਿਆ। ਚੋਣ ਅਖਾੜੇ ਵਿੱਚ ਉਤਾਰੇ ਗਏ ਇਸ ਦੇ ਉਮੀਦਵਾਰਾਂ ਵਿੱਚੋਂ 6 ਹਿੰਦੂ, 1 ਮੁਸਲਮਾਨ ਤੇ 1 ਈਸਾਈ ਸਨ। ਸਾਂਝੇ ਅਕਾਲੀ ਦਲ ਦੇ ਹੁਕਮ ਨੂੰ ਉਹਦੇ ਸਮਰਥਕਾਂ ਨੇ ਵੀ ਅਣਗੌਲਿਆਂ ਕਰ ਦਿੱਤਾ। ਉਹਦੇ ਜਿਹੜੇ ਉਮੀਦਵਾਰਾਂ ਨੇ ਹਿੱਸਾ ਲਿਆ, ਉਹਨਾਂ ਵਿੱਚ ਬਿਮਲ ਖਾਲਸਾ ਵੀ ਸੀ, ਜਿਸ ਨੇ 2 ਹਲਕਿਆਂ 'ਚੋਂ ਆਪਣੀ ਨਾਮਜ਼ਦਗੀ ਦੇ ਪਰਚੇ ਦਾਖਲ ਕੀਤੇ। ਹਰ ਸੀਟ 'ਤੇ ਉਮੀਦਵਾਰਾਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੀ, ਜੋ ਕੁੱਲ 832 ਸਨ ਤੇ ਜਿਨ੍ਹਾਂ ਵਿੱਚ 30 ਇਸਤਰੀਆਂ ਸਨ। ਲੋਕ ਸਭਾ ਦੀਆਂ 13 ਸੀਟਾਂ ਲਈ 6 ਇਸਤਰੀਆਂ ਸਮੇਤ 74 ਉਮੀਦਵਾਰ ਸਨ। ਮਤਦਾਤਾਵਾਂ ਦਾ ਭੁਗਤਾਨ ਵੀ ਪਿਛਲੀਆਂ ਚੋਣਾਂ ਨਾਲੋਂ ਜ਼ਿਆਦਾ ਸੀ, ਜੋ ਲਗਭਗ 67% ਸੀ। ਪਹਿਲੇ 4 ਸਾਲ ਦੀਆਂ ਘਟਨਾਵਾਂ ਨੇ, ਜੋ ਹਿੰਦੂਆਂ ਤੇ ਕੇਂਦਰ ਦੀ ਹਿੰਦੂ ਸਰਕਾਰ ਵਿਰੁੱਧ ਭਿੰਡਰਾਂਵਾਲੇ ਦੀ ਪਬਲਿਕ ਤੇ ਲਾਹਨਤਾਂ ਨਾਲ ਸ਼ੁਰੂ ਹੋਈਆਂ ਤੇ ਫਿਰ ਉਸ ਮਗਰੋਂ ਨੀਲਾ ਤਾਰਾ ਸਾਕਾ ਤੇ ਜੰਗਲੀ ਗੁਲਾਬ ਸਾਕਾ, ਸ਼੍ਰੀਮਤੀ ਗਾਂਧੀ ਦਾ ਕਤਲ ਤੇ ਉਸ ਦੇ ਫਲਸਰੂਪ ਸਿੱਖਾਂ ਵਿਰੁੱਧ ਹੋਈ ਹਿੰਸਾ ਨੇ ਨਿਰਸੰਦੇਹ ਹਿੰਦੂਆਂ ਤੇ ਸਿੱਖਾਂ ਦੋਹਾਂ ਫਿਰਕਿਆਂ ਵਿੱਚ ਪਾੜਾ ਬਹੁਤ ਵਧਾ ਦਿੱਤਾ ਸੀ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਜ਼ਿਆਦਾ ਸਿੱਖ ਸ਼ਹਿਰੀ ਸਿੱਖਾਂ ਤੇ ਅਨੁਸੂਚਿਤ ਜਾਤੀਆਂ ਦੇ ਸਿੱਖਾਂ ਸਮੇਤ ਅਕਾਲੀਆਂ ਨੂੰ ਵੋਟ ਪਾਉਣਗੇ ਤੇ ਹਿੰਦੂ ਕਾਂਗਰਸ ਜਾਂ ਭਾਜਪਾ ਨੂੰ ਵੋਟਾਂ ਪਾਉਣਗੇ, ਪਰ ਇਸ ਤਰ੍ਹਾਂ ਹੋਇਆ ਨਹੀਂ ਸੀ। ਇੱਕ ਭਾਰੀ ਗਿਣਤੀ ਵਿੱਚ ਸਿੱਖਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਤੇ ਹਿੰਦੂਆਂ ਦੀ ਭਾਰੀ ਗਿਣਤੀ, ਜਿਨ੍ਹਾਂ ਨੇ ਲੋਕ ਸਭਾ ਲਈ ਕਾਂਗਰਸ ਨੂੰ ਵੋਟਾਂ ਪਾਈਆਂ, ਉਹਨਾਂ ਨੇ ਵਿਧਾਨ ਸਭਾ ਲਈ ਅਕਾਲੀਆਂ ਨੂੰ ਵੋਟ ਪਾਈ। ਚੋਣ ਨਤੀਜੇ ਅਕਾਲੀਆਂ ਨੂੰ ਪਈਆਂ ਵੋਟਾਂ ਦੀ ਫੀਸਦ ਨਾਲੋਂ ਵਧੇਰੇ ਖੁਸ਼ਫਹਿਮੀ ਪੈਦਾ ਕਰਨ ਵਾਲੇ ਸਨ। ਲੋਕ ਸਭਾ ਦੀਆਂ 13 ਸੀਟਾਂ ਲਈ ਉਹਨਾਂ ਨੇ 11 ਉਮੀਦਵਾਰ ਖੜੇ ਕੀਤੇ ਸਨ, ਜਿਨ੍ਹਾਂ ਵਿੱਚੋਂ 7 ਸਫਲ ਹੋਏ। ਕਾਂਗਰਸ, ਜਿਸ ਨੇ ਸਾਰੀਆਂ 13 ਸੀਟਾਂ ਦੇ ਉਮੀਦਵਾਰ ਖੜੇ ਕੀਤੇ ਸਨ, ਬਾਕੀ ਦੀਆਂ 6 ਸੀਟਾਂ ਜਿੱਤ ਗਈ, ਪਰ ਅਕਾਲੀਆਂ ਨੂੰ 7 ਸੀਟਾਂ ਲਈ 37.18% ਵੋਟਾਂ ਮਿਲੀਆਂ, ਜਦੋਂ ਕਿ ਕਾਂਗਰਸ ਨੂੰ 6 ਸੀਟਾਂ ਜਿੱਤਣ ਨਾਲ ਹੀ 41.35% ਵੋਟਾਂ ਮਿਲੀਆਂ। ਰਾਜ ਵਿਧਾਨ ਸਭਾ ਦੇ ਨਤੀਜੇ ਵੀ ਉਤਨੇ ਹੀ ਹੈਰਾਨੀਜਨਕ ਸਨ। ਜਿਹੜੀਆਂ 115 ਸੀਟਾਂ ਦੇ ਮੁਕਾਬਲਾ ਹੋਇਆ, 2 ਸੀਟਾਂ ਦੀ ਚੋਣ ਉਮੀਦਵਾਰਾਂ ਦੀ ਮੌਤ ਕਾਰਨ ਰੱਦ ਕਰ ਦਿੱਤੀ ਗਈ ਸੀ। ਉਹਨਾਂ ਵਿੱਚੋਂ ਅਕਾਲੀਆਂ ਨੇ 100 ਸੀਟਾਂ 'ਤੇ ਚੋਣ ਲੜੀ ਤੇ 73 ਸੀਟਾਂ ਉੱਪਰ 38.55% ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਕਾਂਗਰਸ, ਜਿਸ ਨੇ ਸਾਰੀਆਂ ਸੀਟਾਂ 'ਤੇ ਚੋਣ ਲੜੀ ਤੇ ਥੋੜ੍ਹੇ ਜਿਹੇ ਹੀ ਘੱਟ ਵੋਟਾਂ ਦੇ ਪ੍ਰਤੀਸ਼ਤ ਨਾਲ, ਭਾਵ 37.86% ਵੋਟਾਂ ਨਾਲ ਕੇਵਲ 32 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਸਾਫ਼ ਜ਼ਾਹਰ ਸੀ ਕਿ ਕਾਂਗਰਸ ਨਾਲ ਰਾਜਸੀ ਵਫ਼ਾਦਾਰੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਆਇਆ ਸੀ। ਜੇ ਅਕਾਲੀਆਂ ਦੀ ਥਾਂ 'ਤੇ 1% ਵੋਟ ਕਾਂਗਰਸ ਨੂੰ ਵੱਧ ਪੈ ਜਾਂਦੀ ਤਾਂ ਨਤੀਜੇ ਬੜੇ ਹੀ ਵੱਖਰੇ ਹੁੰਦੇ। ਇਸ ਤਬਦੀਲੀ ਦਾ ਸ਼ਾਇਦ ਜੇ ਕੋਈ ਕਾਰਨ ਸੀ ਤਾਂ ਉਹ ਇਹੋ ਸੀ ਕਿ ਅਕਾਲੀ ਆਪਣੀਆਂ ਵੋਟਾਂ ਨੂੰ ਸਮੇਤ ਸ਼ਹਿਰੀ ਤੇ ਅਨੁਸੂਚਿਤ ਜਾਤੀ ਦੀਆਂ ਵੋਟਾਂ ਦੇ ਇਕਮੁੱਠ ਰੱਖਣ ਵਿੱਚ ਸਫਲ ਹੋ ਗਏ ਸਨ, ਜਿਹੜੀਆਂ ਪਹਿਲਾਂ ਕਾਂਗਰਸ ਦੇ ਹੱਕ ਵਿੱਚ ਭੁਗਤ ਜਾਂਦੀਆਂ ਸਨ, ਤੇ ਕਾਂਗਰਸ ਸਾਰੀਆਂ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿੱਚ ਨਾ ਭੁਗਤਾ ਸਕੀ, ਜੋ ਆਮ ਤੌਰ 'ਤੇ ਭਾਜਪਾ ਨੂੰ ਭੁਗਤ ਗਈਆਂ ਸਨ। CPI ਤੇ CPM ਜਿਹੀਆਂ ਧਰਮ ਨਿਰਪੇਖ ਪਾਰਟੀਆਂ ਕਾਂਗਰਸ ਨਾਲੋਂ ਵੀ ਵਧੇਰੇ ਅਭਾਗੀਆਂ ਸਨ, ਭਾਵੇਂ ਉਹ ਆਪਣੀਆਂ ਪਹਿਲਾਂ ਵਾਂਗ ਹੀ 6% ਵੋਟਾਂ ਲੈਣ ਵਿੱਚ ਸਫਲ ਰਹੀਆਂ ਸਨ, ਪਰ ਉਹਨਾਂ ਦਾ ਕੇਵਲ ਇੱਕ ਹੀ ਉਮੀਦਵਾਰ ਜਿੱਤਿਆ ਸੀ। ਇੱਕ ਨਵਾਂ ਤੇ ਅਸਚਰਜ ਕ੍ਰਿਸ਼ਮਾ ਜੋ ਸਾਹਮਣੇ ਆਇਆ, ਉਹ ਬਹੁਜਨ ਸੇਵਕ ਸਮਾਜ ਦਾ ਪ੍ਰਗਟ ਹੋਣਾ ਸੀ। ਇਹ ਸੰਸਥਾ ਅਨੁਸੂਚਿਤ ਤੇ ਪਛੜੀ ਜਾਤੀਆਂ 'ਤੇ ਆਧਾਰਿਤ ਸੀ, ਜਿਸ ਦੀ ਪੰਜਾਬ ਵਿੱਚ ਵਸੋਂ 26.87% ਹੈ। ਉਹਨਾਂ ਦੀ ਧਾਰਮਿਕ ਪਛਾਣ ਇੱਕ ਕਲਪਨਾ ਹੀ ਬਣੀ ਰਹੀ, ਕਿਉਂਕਿ ਵੱਖ-ਵੱਖ ਸਮੇਂ ਤੇ ਵਧੇਰੇ ਥਾਵਾਂ 'ਚੋਂ ਉਹ ਆਪਣੀ ਸੌਖ ਤੇ ਸੁਵਿਧਾ ਲਈ ਆਪਣੇ ਆਪ ਨੂੰ ਹਿੰਦੂ ਜਾਂ ਸਿੱਖ ਬਿਆਨ ਕਰ ਦਿੰਦੇ ਸਨ। ਸਮਾਜ ਨੇ ਰਾਜ ਵਿਧਾਨ ਸਭਾ ਲਈ 50 ਉਮੀਦਵਾਰ ਖੜੇ ਕੀਤੇ, ਭਾਵੇਂ ਇਹਨਾਂ ਦਾ ਕੋਈ ਉਮੀਦਵਾਰ ਨਾ ਜਿੱਤਿਆ, ਪਰ ਉਹਨਾਂ ਵੱਲੋਂ ਦੁਆਬਾ ਖੇਤਰ ਵਿੱਚ ਲਈਆਂ ਵੋਟਾਂ ਨੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ 'ਤੇ ਜ਼ਰੂਰ ਪ੍ਰਭਾਵ ਪਾਇਆ। ਦਰਿਆਈ ਪਾਣੀ। ਦਰਿਆਵਾਂ ਦੇ ਪਾਣੀ ਦੀ ਵੰਡ ਦੀ ਸਮੱਸਿਆ ਨੇ ਪੰਜਾਬ ਤੇ ਦੇ ਗੁਆਂਢੀ ਰਾਜਾਂ ਦੇ ਸਬੰਧ ਵਿਗਾੜ ਦਿੱਤੇ ਸਨ ਤੇ ਕੇਂਦਰ ਵਿਰੁੱਧ ਅਕਾਲੀਆਂ ਦੀ ਸ਼ਿਕਾਇਤ ਦੀ ਸੂਚੀ ਵਿੱਚ ਇਹ ਮੰਗ ਵੀ ਸਭ ਤੋਂ ਉੱਪਰ ਸੀ। 1947 ਵਿੱਚ ਭਾਰਤ ਦੀ ਵੰਡ ਮਗਰੋਂ ਪਾਕਿਸਤਾਨ ਤੇ ਭਾਰਤ ਦੀਆਂ ਸਰਕਾਰਾਂ ਨੇ ਵਿਸ਼ਵ ਬੈਂਕ ਨੂੰ ਸਿੰਧ ਨਦੀ ਘਾਟੀ ਦੇ ਪਾਣੀ ਦੀ ਵਰਤੋਂ ਬਾਰੇ ਨਿਰਣਾ ਕਰਾਉਣ ਲਈ ਪਹੁੰਚ ਕੀਤੀ। 29 ਜਨਵਰੀ 1955 ਨੂੰ ਭਾਰਤ ਸਰਕਾਰ ਨੇ ਸੀਮਾ ਪਾਰ ਦੇ ਇਸ ਪਾਸੇ ਦੇ ਸਬੰਧਤ 3 ਰਾਜਾਂ ਪੰਜਾਬ, ਜਿਸ ਵਿੱਚ ਉਸ ਸਮੇਂ ਹਰਿਆਣਾ ਤੇ ਹਿਮਾਚਲ ਸ਼ਾਮਲ ਸੀ, ਰਾਜਸਥਾਨ ਤੇ ਜੰਮੂ ਕਸ਼ਮੀਰ ਦੀਆਂ ਪਾਣੀ ਦੀਆਂ ਜ਼ਰੂਰਤਾਂ ਦਾ ਵੇਰਵਾ ਪੇਸ਼ ਕੀਤਾ। 1960 ਵਿੱਚ ਸਿੰਧ ਨਦੀ ਘਾਟੀ ਦੇ ਦਰਿਆਵਾਂ ਦੇ ਪਾਣੀ ਬਾਰੇ ਸਮਝੌਤੇ ਉੱਪਰ ਪਾਕਿਸਤਾਨ ਤੇ ਭਾਰਤ ਦੀਆਂ ਸਰਕਾਰਾਂ ਨੇ ਦਸਤਖਤ ਕੀਤੇ। ਇਸ ਸੰਧੀ ਰਾਹੀਂ 3 ਪੱਛਮੀ ਦਰਿਆਵਾਂ ਸਿੰਧ, ਜਿਹਲਮ ਤੇ ਚਨਾਬ ਦੇ ਪਾਣੀ ਉੱਪਰ ਪੂਰੀ ਤਰ੍ਹਾਂ ਪਾਕਿਸਤਾਨ ਦਾ ਹੱਕ ਸਵੀਕਾਰ ਕਰ ਲਿਆ ਗਿਆ ਤੇ 3 ਪੂਰਬੀ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਦਾ ਪਾਣੀ
ਭਾਰਤ ਨੂੰ ਦੇ ਦਿੱਤਾ ਗਿਆ, ਜਿਸ ਬਦਲੇ ਪਾਕਿਸਤਾਨ ਨੂੰ ਭਾਰਤ ਨੇ 110 ਕਰੋੜ ਅਦਾ ਕੀਤੇ। ਜਦੋਂ ਭਾਰਤ ਦੇ ਸੰਬੰਧਿਤ ਰਾਜਾਂ ਨੂੰ ਦਰਿਆਵਾਂ ਦੇ ਪਾਣੀ ਦੀ ਵੰਡ ਕਰਨ ਦਾ ਸਵਾਲ ਸਾਹਮਣੇ ਆਇਆ ਤਾਂ ਪੰਜਾਬ ਨੇ ਆਪਣਾ ਪੱਖ ਬਿਆਨ ਕਰਦਿਆਂ ਕਿਹਾ ਕਿ ਵਿਸ਼ਵ ਬੈਂਕ ਨੂੰ ਅੰਕੜੇ ਕਾਹਲੀ ਵਿੱਚ ਦਿੱਤੇ ਗਏ ਸਨ ਤੇ ਇਹ ਅਸਲੀ ਸਥਿਤੀ ਨੂੰ ਬਿਆਨ ਨਹੀਂ ਕਰਦੇ। ਫਰਵਰੀ 1966 ਵਿੱਚ ਮਾਹਰਾਂ ਦੀ ਇੱਕ ਕਮੇਟੀ ਨੇ ਤਾਜ਼ਾ ਅੰਕੜੇ ਪੇਸ਼ ਕੀਤੇ, ਪਰ ਇਹਦੇ ਨਿਰਣੇ ਅਕਾਦਮਿਕ ਵਿਸ਼ਾ ਬਣ ਕੇ ਹੀ ਰਹਿ ਗਏ, ਕਿਉਂਕਿ ਉਸੇ ਸਾਲ ਹੀ ਮਗਰੋਂ ਹਰਿਆਣਾ ਤੇ ਹਿਮਾਚਲ ਨੂੰ ਵੱਖਰੇ ਰਾਜ ਬਣਾ ਦਿੱਤਾ ਗਿਆ। ਸਿਧਾਂਤਕ ਤੌਰ ਤੇ ਇਹ ਪ੍ਰਵਾਨ ਕਰ ਲਿਆ ਗਿਆ ਕਿ ਸਾਂਝੇ ਪੰਜਾਬ ਦੇ ਕੁੱਲ ਅਸਾਸੇ ਨੂੰ ਪੰਜਾਬ ਤੇ ਹਰਿਆਣੇ ਵਿੱਚ 60-40 ਦੇ ਅਨੁਪਾਤ ਵਿੱਚ ਵੰਡਿਆ ਜਾਵੇਗਾ, ਪਰ ਹਰਿਆਣੇ ਨੂੰ ਇਹ ਸਿਧਾਂਤ ਪਾਣੀ ਦੀ ਵੰਡ ਬਾਰੇ ਮਨਜ਼ੂਰ ਨਹੀਂ ਸੀ। ਦੂਸਰੇ ਪਾਸੇ ਪੰਜਾਬ ਦਾ ਇਹ ਦਾਅਵਾ ਸੀ ਕਿ ਦਰਿਆਵਾਂ ਦਾ ਮਾਲਕ ਰਾਜ ਹੋਣ ਦੇ ਨਾਤੇ ਇਸ ਨੂੰ ਆਪਣੀ ਜ਼ਰੂਰਤ ਦਾ ਪਾਣੀ ਲੈਣ ਦਾ ਅਧਿਕਾਰ ਹੈ ਤੇ ਦੂਸਰੇ ਰਾਜਾਂ ਨੂੰ ਇਹ ਫਾਲਤੂ ਪਾਣੀ ਹੀ ਦੇਵੇਗਾ। ਇਹ ਮੰਨਣਯੋਗ ਨਹੀਂ ਸੀ। ਸਿੰਧ ਨਦੀ ਪਾਣੀ ਸੰਧੀ ਅਨੁਸਾਰ ਦਰਿਆਈ ਪਾਣੀ ਦਾ ਮਾਲਕ ਪੰਜਾਬ ਨਹੀਂ, ਭਾਰਤ ਸੀ, ਜਿਸ ਦਾ ਤਿੰਨਾਂ ਦਰਿਆਵਾਂ ਦੇ ਪਾਣੀ ਉੱਪਰ ਮਾਲਕੀ ਦਾ ਅਧਿਕਾਰ ਸੀ ਤੇ ਰਾਜਸਥਾਨ ਸਤਲੁਜ ਦਾ ਪਾਣੀ ਬਹੁਤ ਪਹਿਲਾਂ ਤੋਂ ਲੈਂਦਾ ਆ ਰਿਹਾ ਸੀ। 1966 ਤੋਂ ਲੈ ਕੇ 1975 ਤੱਕ ਪੰਜਾਬ ਤੇ ਹਰਿਆਣੇ ਨੂੰ ਵੰਡ ਦੇ ਕਿਸੇ ਫਾਰਮੂਲੇ ਤੇ ਸਹਿਮਤ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਜਦੋਂ ਸਫਲਤਾ ਨਾ ਮਿਲੀ ਤਾਂ ਕੇਂਦਰੀ ਸਰਕਾਰ ਨੇ 24 ਮਾਰਚ 1976 ਨੂੰ ਐਲਾਨ ਕਰ ਦਿੱਤਾ ਕਿ ਪ੍ਰਾਪਤ ਪਾਣੀ ਨੂੰ ਪੰਜਾਬ ਤੇ ਹਰਿਆਣਾ ਵਿੱਚ ਬਰਾਬਰ ਵੰਡ ਦਿੱਤਾ ਜਾਵੇਗਾ, ਜਿਸ ਦਾ ਕੁਝ ਹਿੱਸਾ ਦਿੱਲੀ ਦੀਆਂ ਪਾਣੀ ਦੀਆਂ ਜ਼ਰੂਰਤਾਂ ਵਿੱਚ ਵਾਧਾ ਕਰਨ ਲਈ ਵਰਤਿਆ ਜਾਵੇਗਾ। ਇਸ ਫੈਸਲੇ ਨਾਲ ਕੋਈ ਵੀ ਸਰਕਾਰ ਖੁਸ਼ ਨਹੀਂ ਸੀ। ਆਖਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਾਤ ਸਥਿਤੀ ਦਾ ਲਾਭ ਲੈ ਕੇ ਪਿਛਲੇ ਸਾਲ ਦੇ ਲਏ ਹੋਏ ਫੈਸਲੇ ਨੂੰ ਹੀ ਲਾਗੂ ਕਰ ਦਿੱਤਾ। ਉਸਨੇ ਇਹ ਨਿਰਣਾ ਦੇਣ ਦੇ ਅਧਿਕਾਰ ਦਾ ਦਾਅਵਾ ਕੀਤਾ ਕਿਉਂਕਿ 1966 ਦੇ ਪੰਜਾਬ ਪੁਨਰਗਠਨ ਕਾਨੂੰਨ ਅਨੁਸਾਰ ਕੇਂਦਰ ਨੂੰ ਐਸਾ ਕਰਨ ਦਾ ਅਧਿਕਾਰ ਸੀ ਜੇਕਰ ਰਾਜ ਕਿਸੇ ਸਮਝੌਤੇ ਤੇ ਨਾ ਪਹੁੰਚ ਸਕਣ। ਪੰਜਾਬ ਦੇ ਮੁੱਖ ਮੰਤਰੀ ਜੈਲ ਸਿੰਘ ਨੇ ਇਸ ਦਾ ਵਿਰੋਧ ਕੀਤਾ। ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਜਾਂ ਤਾਂ ਉਹ ਇਹ ਨਿਰਣਾ ਪ੍ਰਵਾਨ ਕਰ ਲਵੇ ਜਾਂ ਤਿਆਗ ਪੱਤਰ ਦੇਵੇ। ਉਸਨੇ ਮੁੱਖ ਮੰਤਰੀ ਬਣੇ ਰਹਿਣਾ ਪ੍ਰਵਾਨ ਕਰ ਲਿਆ। ਇਸ ਫੈਸਲੇ ਅਨੁਸਾਰ 214 ਕਿਲੋਮੀਟਰ ਲੰਬੀ ਸਤਲੁਜ ਯਮੁਨਾ ਲਿੰਕ ਨਹਿਰ ਕੱਢੀ ਜਾਣੀ ਸੀ, ਜਿਸ ਦੇ 122 ਕਿਲੋਮੀਟਰ ਦੀ ਪੰਜਾਬ ਵਿੱਚ ਖੁਦਾਈ ਕੀਤੀ ਜਾਣੀ ਸੀ ਤੇ ਬਾਕੀ 92 ਕਿਲੋਮੀਟਰ ਦੀ ਖੁਦਾਈ ਹਰਿਆਣੇ ਵਿੱਚ ਹੋਣੀ ਸੀ। ਜਿਉਂ ਹੀ 1977 ਦੀਆਂ ਚੋਣਾਂ ਪਿੱਛੋਂ ਸ਼੍ਰੀਮਤੀ ਗਾਂਧੀ ਤੇ ਉਸਦੀ ਪਾਰਟੀ ਨੂੰ ਹੁੰਝਾ ਫਿਰ ਗਿਆ ਤਾਂ ਸਾਰੀ ਸਥਿਤੀ ਹੀ ਬਦਲ ਗਈ। ਹਰਿਆਣਾ ਤੇ ਪੰਜਾਬ ਦੋਵਾਂ ਵਿੱਚ ਹੀ ਜਨਤਾ ਪਾਰਟੀ ਨੇ ਸਰਕਾਰਾਂ ਬਣਾ ਲਈਆਂ ਤੇ ਉਹਨਾਂ ਦੇ ਮੁੱਖ ਮੰਤਰੀਆਂ ਨੇ 1976 ਦਾ ਫੈਸਲਾ ਪ੍ਰਵਾਨ ਕਰ ਲਿਆ। ਲਿੰਕ ਨਹਿਰ ਦਾ ਉਦਘਾਟਨ ਬਾਦਲ ਤੇ ਦੇਵੀ ਲਾਲ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਣਾ ਸੀ। ਬਾਦਲ ਨੇ 1 ਕਰੋੜ ਰੁਪਏ ਵੀ ਹਰਿਆਣਾ ਤੋਂ ਪ੍ਰਾਰੰਭਿਕ ਸਹਾਇਤਾ ਵਜੋਂ ਪ੍ਰਵਾਨ ਕਰ ਲਏ। ਫਿਰ ਦੋਹਾਂ ਮੁੱਖ ਮੰਤਰੀਆਂ ਨੇ ਇਸ ਵਿਸ਼ੇ ਤੇ ਪੁਨਰ ਵਿਚਾਰ ਕੀਤੀ ਤੇ ਝਗੜਾ ਸੁਪਰੀਮ ਕੋਰਟ ਨੂੰ ਸੌਂਪ ਦਿੱਤਾ। ਸ਼੍ਰੀਮਤੀ ਗਾਂਧੀ 1980 ਈਸਵੀ ਵਿੱਚ ਫਿਰ ਤਾਕਤ ਵਿੱਚ ਆ ਗਈ। ਉਸਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਰਬਾਰਾ ਸਿੰਘ ਤੇ ਭਜਨ ਲਾਲ ਨੂੰ ਸੁਪਰੀਮ ਕੋਰਟ ਵਿੱਚੋਂ ਆਪਣੇ ਮੁਕੱਦਮੇ ਵਾਪਸ ਲੈਣ ਦੀ ਹਦਾਇਤ ਕੀਤੀ ਤੇ 31 ਦਸੰਬਰ 1981 ਨੂੰ ਆਪਣਾ ਫੈਸਲਾ ਸੁਣਾ ਦਿੱਤਾ, ਜਿਸ ਅਨੁਸਾਰ ਸਾਰਾ ਅਨੁਮਾਨਿਤ 17.7 MAF ਨਹਿਰੀ ਪਾਣੀ ਇਸ ਤਰ੍ਹਾਂ ਵੰਡ ਦਿੱਤਾ। 4.22 MAF ਪੰਜਾਬ ਨੂੰ, 3.5 MAF ਹਰਿਆਣੇ ਨੂੰ, 8.6 MAF ਰਾਜਸਥਾਨ ਨੂੰ, 0.65 MAF ਜੰਮੂ ਕਸ਼ਮੀਰ ਨੂੰ ਤੇ ਦਿੱਲੀ ਨੂੰ 0.20 MAF ਪਾਣੀ ਵੰਡਿਆ ਗਿਆ। ਫਿਰ ਉਹ ਪਟਿਆਲਾ ਜ਼ਿਲ੍ਹੇ ਵਿੱਚ ਕਪੂਰੀ ਦੇ ਸਥਾਨ ਤੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਉਦਘਾਟਨ ਕਰਨ ਤੁਰ ਪਈ। ਅਕਾਲੀਆਂ ਨੇ ਤੁਰਤ ਹੀ ਇਸ ਦਾ ਜਵਾਬ ਨਹਿਰ ਰੋਕੋ ਅੰਦੋਲਨ ਸ਼ੁਰੂ ਕਰਕੇ ਦਿੱਤਾ। ਇਹ ਅੰਦੋਲਨ ਬਹੁਤਾ ਸਰਗਰਮੀ ਨਾਲ ਨਾ ਚੱਲਿਆ। ਇਹ ਗੱਲ ਅਕਾਲੀਆਂ ਵੱਲੋਂ ਵੀ ਅਨੁਚਿਤ ਲੱਗਦੀ ਸੀ ਕਿ ਉਹ ਉਸ ਸਮਝੌਤੇ ਵਿਰੁੱਧ ਨਾਅਰੇ ਲਾਉਣ ਜਿਸ ਨੂੰ ਅਕਾਲੀ ਜਨਤਾ ਮੁੱਖ ਮੰਤਰੀਆਂ ਨੇ ਪ੍ਰਵਾਨ ਕੀਤਾ ਸੀ। ਇੱਕ ਵਾਰ ਫਿਰ ਇਹ ਮਾਮਲਾ ਨੁਕਰੇ ਲਾ ਦਿੱਤਾ ਗਿਆ। ਇਹ ਝਗੜਾ ਮਗਰੋਂ ਉਸ ਸਮਝੌਤੇ ਦਾ ਭਾਗ ਬਣਿਆ ਜਿਸ ਉੱਪਰ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ, ਵਿਡੰਬਣਾ ਵੇਖੋ ਕਿ ਉਹ ਨਹਿਰ ਰੋਕੋ ਮੋਰਚੇ ਸਮੇਤ ਸਮੁੱਚੇ ਅੰਦੋਲਨ ਦਾ ਡਿਕਟੇਟਰ ਰਿਹਾ ਸੀ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 24 ਜੁਲਾਈ 1985 ਨੂੰ ਦਸਤਖਤ ਕੀਤੇ। ਇਸ ਸਮਝੌਤੇ ਅਨੁਸਾਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਰਾਵੀ ਬਿਆਸ ਦਰਿਆਈ ਵਿਵਸਥਾ ਤੋਂ ਉਤਨਾ ਪਾਣੀ ਲੈਂਦੇ ਰਹਿਣਗੇ ਜੋ ਉਹਨਾਂ ਨੂੰ 1 ਜੁਲਾਈ 1985 ਨੂੰ ਮਿਲ ਰਿਹਾ ਸੀ। ਬਾਕੀ ਪਾਣੀ ਬਾਰੇ ਪੰਜਾਬ ਤੇ ਹਰਿਆਣਾ ਦੇ ਦਾਅਵਿਆਂ ਨੂੰ ਸੁਪਰੀਮ ਕੋਰਟ ਦੇ ਇੱਕ ਜੱਜ ਹਵਾਲੇ ਨਿਰਣੇ ਲਈ ਸੌਂਪ ਦਿੱਤਾ ਜਾਵੇਗਾ। ਇਸ ਟ੍ਰਿਬਿਊਨਲ ਦਾ ਫੈਸਲਾ 6 ਮਹੀਨੇ ਵਿੱਚ ਕਰ ਦਿੱਤਾ ਜਾਵੇਗਾ ਤੇ ਉਹ ਫੈਸਲਾ ਦੋਹਾਂ ਧਿਰਾਂ ਲਈ ਮਨਜ਼ੂਰ ਕਰਨਾ ਜ਼ਰੂਰੀ ਹੋਵੇਗਾ। ਪਾਣੀ ਦੀ ਵੰਡ ਦੋਹਾਂ ਰਾਜਾਂ ਵਿੱਚ ਝਗੜੇ ਦਾ ਕਾਰਨ ਬਣੀ ਰਹੇਗੀ। ਨਾ ਪੰਜਾਬ ਤੇ ਨਾ ਹਰਿਆਣੇ ਨੂੰ ਬਹੁਫਸਲੀ ਚੱਕਰ ਦੀ ਖੇਤੀ ਲਈ ਆਪਣੀਆਂ ਲੋੜਾਂ ਦੀ ਪੂਰਤੀ ਲਈ ਪੂਰਾ ਪਾਣੀ ਮਿਲ ਸਕੇਗਾ ਕਿਉਂਕਿ ਉਹ ਬਹੁਫਸਲੀ ਚੱਕਰ ਦੀ ਦਿਸ਼ਾ ਵੱਲ ਜੁਟ ਪਏ ਹਨ। ਧਾਨ, ਗੰਨਾ ਤੇ ਆਲੂ ਦੀਆਂ ਫਸਲਾਂ ਨੂੰ ਉਸ ਸਮੇਂ ਪਾਣੀ ਦੀ ਅਧਿਕ ਮਾਤਰਾ ਦੀ ਲੋੜ ਹੁੰਦੀ ਹੈ ਜਦੋਂ ਉਹਨਾਂ ਵਿੱਚ ਖਾਦ ਪਾਈ ਜਾਂਦੀ ਹੈ। ਹੁਣ ਤੱਕ ਤਾਂ ਦੋਹਾਂ ਰਾਜਾਂ ਦੇ ਕਿਸਾਨਾਂ ਨੇ ਆਪਣੇ ਪਾਣੀ ਦੇ ਸਾਧਨ ਟਿਊਬਵੈੱਲ ਲਾ ਕੇ ਵਧਾ ਲਏ ਹਨ, ਪਰੰਤੂ ਨਹਿਰ ਦਾ ਪਾਣੀ ਟਿਊਬਵੈੱਲ ਦੇ ਪਾਣੀ ਨਾਲੋਂ ਬਹੁਤ ਸਸਤਾ ਪੈਂਦਾ ਹੈ ਤੇ ਨਾਲੇ ਦੋਹਾਂ ਰਾਜਾਂ ਵਿੱਚ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦਾ ਟਿਊਬਵੈੱਲ ਡੂੰਘੇ ਕਰਨ ਦਾ ਖਰਚਾ ਵੀ ਵਧ ਰਿਹਾ ਹੈ। ਸਮਝੌਤਾ ਸਿਰੇ ਨਾ ਚੜ੍ਹਿਆ। 23 ਸਤੰਬਰ 1985 ਨੂੰ ਬਰਨਾਲਾ ਨੇ ਸਥਾਈ ਸ਼ਾਂਤੀ ਦੀ ਉਮੀਦ ਤੇ ਬੜੇ ਧੂਮ ਧੜੱਕੇ ਨਾਲ ਮੁੱਖ ਮੰਤਰੀ ਵਜੋਂ ਹਲਫ ਲਿਆ।
ਉਹਦਾ ਮੰਤਰੀ ਮੰਡਲ ਪਹਿਲਾ ਅਕਾਲੀ ਮੰਤਰੀ ਮੰਡਲ ਸੀ ਜੋ ਕਿਸੇ ਹੋਰ ਰਾਜਸੀ ਪਾਰਟੀ ਦੀ ਹਮਾਇਤ ਜਾਂ ਸਹਾਰੇ ਤੋਂ ਬਿਨਾਂ ਸੀ। ਕੁਝ ਉਚਿਤਤਾ ਨਾਲ ਉਸਨੇ ਇਸ ਨੂੰ ਪੰਥਕ ਸਰਕਾਰ ਆਖਿਆ। ਵਿਡੰਬਣਾ ਇਹ ਸੀ ਕਿ ਉਸੇ ਪੰਥ ਦੇ ਕੁਝ ਅੰਸ਼ਾਂ ਨੇ ਸਾਲ ਦੇ ਅੰਦਰ ਉਹਦੀ ਸਰਕਾਰ ਨੂੰ ਡੇਗਣ ਲਈ ਸਾਜ਼ਿਸ਼ ਤਿਆਰ ਕਰ ਲਈ। ਉਸ ਨੂੰ ਛਛੂਰ ਸਮਝਿਆ ਗਿਆ। ਬਾਦਲ ਤੇ ਟੌੜਾ ਦੋਵੇਂ ਹੀ ਉਸ ਨੂੰ ਆਪਣਾ ਤਿਆਰ ਕੀਤਾ ਪ੍ਰਾਣੀ ਯਾਨੀ ਪੱਠਾ ਹੀ ਸਮਝਦੇ ਸਨ ਤੇ ਉਹਦੀ ਚੜ੍ਹਤਲ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸਨ। ਬਾਦਲ ਨੇ ਤਾਂ ਮੰਤਰੀ ਮੰਡਲ ਵਿੱਚ ਉਦੋਂ ਤੱਕ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਉਸ ਨੂੰ ਉਪ ਮੁੱਖ ਮੰਤਰੀ ਦੀ ਪਦਵੀ ਨਹੀਂ ਦਿੱਤੀ ਜਾਂਦੀ। ਬਰਨਾਲਾ ਇਸ ਗੱਲੋਂ ਝਿਜਕਦਾ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਾਦਲ ਦੇ ਸਮਰਥਕ ਅਕਾਲੀ ਵਿਧਾਨਕਾਰਾਂ ਦੀ ਗਿਣਤੀ ਜ਼ਿਆਦਾ ਹੈ ਤੇ ਉਸ ਨਾਲੋਂ ਉਹਦੀ ਪ੍ਰਤਿਸ਼ਠਾ ਤੇ ਮਾਨ ਸਨਮਾਨ ਵੀ ਕਿਤੇ ਜ਼ਿਆਦਾ ਹੈ ਤੇ ਉਸ ਨੂੰ ਇਸ ਕੁਰਸੀ ਤੇ ਕਬਜ਼ਾ ਕਰਨ ਲਈ ਬਹੁਤਾ ਸਮਾਂ ਨਹੀਂ ਲੱਗੇਗਾ ਜਿਸ ਤੇ ਉਹ 2 ਵਾਰ ਪਹਿਲਾਂ ਬੈਠ ਚੁੱਕਾ ਸੀ। ਬਰਨਾਲਾ ਬਲਵੰਤ ਸਿੰਘ ਨੂੰ ਦੂਸਰੇ ਨੰਬਰ ਤੇ ਰੱਖ ਕੇ ਵਧੇਰੇ ਸੁਰੱਖਿਅਤ ਮਹਿਸੂਸ ਕਰਦਾ ਸੀ ਕਿਉਂਕਿ ਇੱਕ ਤਾਂ ਉਹ ਗੈਰ ਜੱਟ ਸਿੱਖ ਸੀ ਤੇ ਉਹ ਅਕਾਲੀ ਸਿਆਸਤਦਾਨਾਂ ਨੂੰ ਡਰਾ ਕੇ ਜਾਂ ਰਿਸ਼ਵਤ ਨਾਲ ਖਰੀਦ ਕੇ ਜੋੜ ਤੋੜ ਕਰਨ ਵਿੱਚ ਮਾਹਰ ਸੀ ਤੇ ਆਪਣੇ ਹੀ ਘਰ ਨੂੰ ਭਰਨ ਵਿੱਚ ਨਿਪੁੰਨ ਸੀ। ਫਿਰ ਟੌੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਸੀ ਤੇ ਉਹ ਵੀ ਮੁੱਖ ਮੰਤਰੀ ਬਣਨ ਦਾ ਚਾਹਵਾਨ ਸੀ। ਇੱਕ ਹੋਰ ਨਵਾਂ ਅਭਿਲਾਸ਼ੀ ਪਟਿਆਲਾ ਦੇ ਸ਼ਾਹੀ ਘਰਾਣੇ ਦਾ ਨੌਜਵਾਨ ਕਾਂਗਰਸੀ ਬਣਿਆ। ਅਕਾਲੀ ਅਮਰਿੰਦਰ ਸਿੰਘ ਵੀ ਸੀ। ਅਕਾਲੀ ਸਰਕਾਰ ਦੇ ਹਕੂਮਤ ਸੰਭਾਲਣ ਤੋਂ ਛੇਤੀ ਹੀ ਮਗਰੋਂ ਇਸ ਢਾਂਚੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ। ਲੌਂਗੋਵਾਲ ਗਾਂਧੀ ਸਮਝੌਤਾ ਇਸ ਅਨੁਮਾਨ ਤੇ ਆਧਾਰਿਤ ਸੀ ਕਿ ਦੋਵੇਂ ਧਿਰਾਂ ਸ਼ਰਤਾਂ ਮੰਨਣਗੀਆਂ, ਇਸ ਨੂੰ ਸਫਲ ਬਣਾਉਣਗੀਆਂ ਤੇ ਇਸ ਨੂੰ ਅਸਫਲ ਬਣਾਉਣ ਵਾਲਿਆਂ ਵਿਰੁੱਧ ਸਰਗਰਮੀ ਨਾਲ ਦ੍ਰਿੜ ਰਹਿਣਗੀਆਂ। ਜਿਵੇਂ ਮਗਰੋਂ ਵਾਪਰਿਆ, ਦੋਵਾਂ ਵਿੱਚੋਂ ਕੋਈ ਧਿਰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਉਤਾਵਲੀ ਨਹੀਂ ਸੀ ਤੇ ਉਹ ਸਮਝੌਤਾ ਤੋੜਨ ਵਾਲਿਆਂ ਸਾਹਮਣੇ ਹਾਰ ਗਏ। ਇਸ ਸਮਝੌਤੇ ਤੇ ਪਹਿਲਾ ਵਾਰ ਰਾਜੀਵ ਗਾਂਧੀ ਨੇ ਕੀਤਾ। ਉਸਨੇ ਵਚਨ ਦਿੱਤਾ ਸੀ ਕਿ 26 ਜਨਵਰੀ 1986 ਨੂੰ ਗਣਤੰਤਰ ਦਿਵਸ ਤੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇਗਾ। ਇਸ ਤਰ੍ਹਾਂ ਨਾ ਕੀਤਾ ਗਿਆ। ਸਰਕਾਰੀ ਤੌਰ ਤੇ ਇਹ ਬਹਾਨਾ ਲਾਇਆ ਗਿਆ ਕਿ ਮੈਥਿਊ ਕਮਿਸ਼ਨ ਨੇ, ਜਿਸ ਨੇ ਚੰਡੀਗੜ੍ਹ ਬਦਲੇ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਿੰਡਾਂ ਦੀ ਪੜਤਾਲ ਕਰਨੀ ਸੀ, 2 ਵਾਰ ਮਿਆਦ ਵਧਾਏ ਜਾਣ ਦੇ ਬਾਵਜੂਦ ਆਪਣਾ ਕੰਮ ਪੂਰਾ ਨਹੀਂ ਕੀਤਾ ਸੀ। ਅਸਲੀ ਕਾਰਨ ਇਹ ਸੀ ਕਿ ਰਾਜੀਵ ਗਾਂਧੀ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦੀ ਗੱਲ ਵੱਲ ਵਧੇਰੇ ਧਿਆਨ ਦੇਣ ਲੱਗਿਆ ਸੀ ਤੇ ਇਸ ਸਿੱਟੇ ਤੇ ਪਹੁੰਚਿਆ ਸੀ ਕਿ ਜੇ ਉਸਨੇ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਤਾਂ ਉਹ ਅਗਲੇ ਸਾਲ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹਿੰਦੂ ਵੋਟਾਂ ਤੋਂ ਵੰਚਿਤ ਹੋ ਜਾਵੇਗਾ। ਬਰਨਾਲਾ, ਜਿਸ ਨੂੰ ਚਾਹੀਦਾ ਸੀ ਕਿ ਉਹ ਵਿਸ਼ਵਾਸਘਾਤ ਕਰਨ ਦਾ ਸਵਾਲ ਬਣਾ ਕੇ ਤਿਆਗ ਪੱਤਰ ਦੇ ਦਿੰਦਾ, ਉਹ ਪ੍ਰਧਾਨ ਮੰਤਰੀ ਦਾ ਬਹਾਨਾ ਸਹੀ ਮੰਨ ਕੇ ਮੁੱਖ ਮੰਤਰੀ ਦੀ ਗੱਦੀ ਨੂੰ ਚੰਬੜਿਆ ਰਿਹਾ। ਇਸ ਤੋਂ ਬਿਨਾਂ ਉਹਦੀ ਸਰਕਾਰ ਵੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਵਿੱਚੋਂ ਪੈਰ ਪਿਛਾਂਹ ਖਿੱਚ ਰਹੀ ਸੀ ਤੇ ਕਈ ਮਹੀਨਿਆਂ ਤੋਂ ਉਸ ਉੱਪਰ ਕੋਈ ਕੰਮ ਨਹੀਂ ਹੋ ਰਿਹਾ ਸੀ। ਬਰਨਾਲਾ ਆਪਣੇ ਲੋਚਕਾਂ ਦੀਆਂ ਨਜ਼ਰਾਂ ਵਿੱਚ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਚੁੱਕਾ ਸੀ। ਜਿਵੇਂ ਜਿਵੇਂ ਨਰਮਦਲੀਏ ਆਪਸ ਵਿੱਚ ਲੜਨ ਝਗੜਨ ਲੱਗੇ, ਉਸੇ ਸਮੇਂ ਹੀ ਗਰਮਦਲੀਏ ਤੇ ਅੱਤਵਾਦੀਆਂ ਨੇ ਸਿੱਖਾਂ ਤੇ ਆਪਣਾ ਨਿਯੰਤਰਣ ਵਧਾਉਣਾ ਸ਼ੁਰੂ ਕਰ ਦਿੱਤਾ। ਜਿਸ ਦਿਨ ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਣਾ ਸੀ ਪਰ ਸੌਂਪਿਆ ਨਾ ਗਿਆ, ਉਸ ਦਿਨ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਰਨ ਮੰਦਰ ਦੇ ਪ੍ਰਬੰਧ ਤੋਂ ਬਾਹਰ ਕੱਢ ਕੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਤੇ 5 ਮੈਂਬਰੀ ਪੰਥਕ ਕਮੇਟੀ ਦੀ ਅਗਵਾਈ ਵਿੱਚ ਅਕਾਲ ਤਖ਼ਤ ਢਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਨੇ ਟੌੜੇ ਨੂੰ ਮਾਤ ਪਾ ਕੇ ਚਿੱਤ ਕਰ ਦਿੱਤਾ, ਜਿਹੜਾ ਇਸ ਤਰ੍ਹਾਂ ਦੀ ਟਕੌਸਲੇਬਾਜ਼ੀ ਨਾਲ ਸਿੱਖ ਜਨਤਾ ਵਿੱਚ ਪੁਨਰ ਸਥਾਪਿਤ ਹੋਣ ਦੀ ਉਮੀਦ ਲਈ ਬੈਠਾ ਸੀ। ਉਹ ਆਤੰਕਵਾਦੀਆਂ ਨਾਲ ਮਿਲ ਕੇ ਕਾਰ ਸੇਵਾ ਕਰਨ ਲਈ ਸਹਿਮਤ ਹੋ ਗਿਆ। ਭਾਵੇਂ ਉਹ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਪਰ ਉਹਦਾ ਸਭ ਤੋਂ ਮਹੱਤਵਪੂਰਨ ਗੁਰਦੁਆਰੇ ਵਿੱਚੋਂ ਨਿਯੰਤਰਣ ਖਤਮ ਹੋ ਗਿਆ ਸੀ। ਕੇਂਦਰ ਸਰਕਾਰ ਡਰ ਗਈ ਤੇ ਉਸਨੇ ਆਉਣ ਵਾਲੀਆਂ ਘਟਨਾਵਾਂ ਬਾਰੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। 1 ਅਪ੍ਰੈਲ 1986 ਨੂੰ ਉਸਨੇ ਸਿਧਾਰਥ ਸ਼ੰਕਰ ਰੇ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕਰ ਦਿੱਤਾ। ਬੰਗਾਲ ਦਾ ਮੁੱਖ ਮੰਤਰੀ ਰਹਿਣ ਸਮੇਂ ਉਸ ਨੂੰ ਆਤੰਕਵਾਦੀਆਂ ਨਾਲ ਨਜਿੱਠਣ ਦਾ ਅਨੁਭਵ ਸੀ। ਸਪਸ਼ਟ ਸੀ ਕਿ ਕੇਂਦਰ ਸਰਕਾਰ ਨੂੰ ਆਤੰਕਵਾਦੀਆਂ ਨਾਲ ਬਰਨਾਲਾ ਸਰਕਾਰ ਵੱਲੋਂ ਨਜਿੱਠਣ ਦੀ ਯੋਗਤਾ ਵਿੱਚ ਵਿਸ਼ਵਾਸ ਨਹੀਂ ਰਿਹਾ ਸੀ। ਆਤੰਕਵਾਦੀ ਜਿੱਤ ਵੱਲ ਕਦਮ ਵਧਾਉਂਦੇ ਗਏ। 29 ਅਪ੍ਰੈਲ 1986 ਨੂੰ ਉਹਨਾਂ ਖਾਲਿਸਤਾਨ ਦੇ ਐਲਾਨ ਬਾਰੇ ਵਿਧੀਪੂਰਵਕ ਮਤਾ ਪਾਸ ਕਰ ਦਿੱਤਾ। ਫਿਰ ਸਵਰਨ ਮੰਦਰ ਤੇ ਦੁਬਾਰਾ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ। ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਨਾਲ ਰਾਜਪਾਲ ਰੇ ਤੇ ਉਹਦੇ ਪੁਲਿਸ ਮੁਖੀ ਜੂਲੀਓ ਰਿਬੇਰੋ ਨੇ ਬਰਨਾਲੇ ਉੱਪਰ ਦਬਾਅ ਪਾਇਆ ਕਿ ਉਹ ਅੱਤਵਾਦੀਆਂ ਦੀ ਇਸ ਘਿਨੌਣੀ ਦੇਸ਼ ਧਰੋਹ ਦੀ ਹਰਕਤ ਵਿਰੁੱਧ ਕਾਰਵਾਈ ਕਰੇ। 30 ਅਪ੍ਰੈਲ 1986 ਨੂੰ ਬਰਨਾਲਾ ਨੇ ਪੁਲਿਸ ਨੂੰ ਹੁਕਮ ਦੇ ਦਿੱਤਾ ਕਿ ਉਹ ਸਵਰਨ ਮੰਦਰ ਵਿੱਚ ਦਾਖਲ ਹੋ ਕੇ ਵੱਖਵਾਦੀਆਂ ਨੂੰ ਗ੍ਰਿਫਤਾਰ ਕਰੇ। ਇਸ ਨਾਲ ਬਾਦਲ, ਟੌੜਾ ਤੇ ਅਮਰਿੰਦਰ ਨੂੰ ਉਹ ਮੌਕਾ ਮਿਲ ਗਿਆ ਜਿਸ ਦੀ ਉਹਨਾਂ ਨੂੰ ਉਡੀਕ ਸੀ। ਉਹਨਾਂ ਨੇ ਪੁਲਿਸ ਦੇ ਦਾਖਲੇ ਨੂੰ ਦੂਸਰਾ ਨੀਲਾ ਤਾਰਾ ਸਾਕਾ ਕਹਿ ਕੇ ਨਿੰਦਾ ਕੀਤੀ ਤੇ ਵਿਧਾਨ ਸਭਾ ਵਿੱਚ ਆਪਣੇ ਸਮਰਥਕਾਂ ਨੂੰ ਬਰਨਾਲਾ ਮੰਤਰੀ ਮੰਡਲ ਵਿੱਚ ਅਵਿਸ਼ਵਾਸ ਦਾ ਮਤਾ ਲਿਆਉਣ ਲਈ ਕਿਹਾ। ਪਰੰਤੂ ਬਰਨਾਲਾ ਦਾ ਉਪ ਮੁੱਖ ਮੰਤਰੀ ਦਲ ਬਦਲੂਆਂ ਨਾਲੋਂ ਵਧੇਰੇ ਤਕੜਾ ਨਿਕਲਿਆ। ਉਹ ਬਾਕੀ ਬਚਦੇ ਮੈਂਬਰਾਂ ਨੂੰ ਇਕੱਠਿਆ ਕਰਕੇ ਹਿਮਾਚਲ ਦੇ ਵਿਸ਼ਰਾਮ ਘਰ ਵਿੱਚ ਲੈ ਗਿਆ, ਜਿੱਥੇ ਅਸਹਿਮਤ ਧੜੇ ਦੇ ਨੇਤਾ ਪਹੁੰਚ ਨਹੀਂ ਸਕਦੇ ਸਨ। ਉਹਨਾਂ ਨੂੰ ਵਿਧਾਨ ਸਭਾ ਵਿੱਚ ਐਨ ਮੌਕੇ 'ਤੇ ਹੀ ਵੋਟ ਪਾਉਣ ਲਈ, ਸਰਕਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਲਿਆਂਦਾ ਗਿਆ। ਜਿਹੜਾ ਵੀ ਵਫਾਦਾਰ ਰਿਹਾ, ਉਸ ਨੂੰ ਮੰਤਰੀ ਪਦ ਜਾਂ ਕਿਸੇ ਸਰਕਾਰੀ ਸੰਸਥਾ ਦਾ ਚੇਅਰਮੈਨ ਬਣਾ ਕੇ ਨਿਵਾਜਿਆ ਗਿਆ। ਨਵੇਂ ਮੰਤਰੀ ਮੰਡਲ ਨੇ 6 ਮਈ 1986 ਨੂੰ ਹਲਫ ਲਿਆ। ਹੁਣ ਬਰਨਾਲਾ ਸੱਚਮੁੱਚ ਹੀ ਕੇਂਦਰ ਸਰਕਾਰ ਦੀ ਕਠਪੁਤਲੀ ਸੀ ਤੇ ਉਹ ਕਾਂਗਰਸ ਦੇ ਸਮਰਥਨ 'ਤੇ ਨਿਰਭਰ ਸੀ।
ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇੱਕ ਹੋਰ ਝਟਕਾ ਲੱਗਾ। ਉਸ ਦਾ ਮਨੋਨੀਤ ਕਾਬਲ ਸਿੰਘ ਟੌੜੇ ਹੱਥੋਂ ਹਾਰ ਗਿਆ, ਜੋ 16ਵੀਂ ਵਾਰ ਪ੍ਰਧਾਨ ਚੁਣਿਆ ਗਿਆ। ਅਗਲੇ ਦਿਨ ਟੌੜਾ ਤੇ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਤਵਾਦੀਆਂ ਨੇ ਸਵਰਨ ਮੰਦਰ ਵਿੱਚ ਮੋਰਚੇ ਸੰਭਾਲ ਲਏ ਤੇ ਇਹ ਫੈਸਲਾ ਲੈ ਲਿਆ ਕਿ ਸਾਰੇ ਨਰਮ ਖਿਆਲੀਏ ਲੋਕਾਂ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਫਰਵਰੀ 1987 ਵਿੱਚ ਉਹਨਾਂ ਨੇ ਇੱਕ ਉੱਘੇ ਸ਼ਬਦ ਕੀਰਤਨੀਏ ਦਰਸ਼ਨ ਸਿੰਘ ਰਾਗੀ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ ਤੇ ਆਪਣੇ ਨਾਮਜ਼ਦ ਮੈਂਬਰ ਪੰਜਾਬ ਦੇ ਦੂਸਰੇ ਤਖਤਾਂ ਤੇ ਨਿਯੁਕਤ ਕਰ ਦਿੱਤੇ। ਜਥੇਦਾਰਾਂ ਨੇ ਪੰਥਕ ਏਕਤਾ ਦੇ ਨਾਮ ਤੇ ਵੱਖ-ਵੱਖ ਅਕਾਲੀ ਦਲਾਂ ਨੂੰ ਭੰਗ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਤੁਰੰਤ ਹੀ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਉਹ ਹਰ ਪਾਸੇ ਤੋਂ ਹਾਰ ਗਿਆ। ਉਹਦੇ ਸਾਥੀ ਉਸ ਨੂੰ ਧੋਖਾ ਦੇ ਗਏ। ਪੰਥ ਨੇ ਉਸ ਨੂੰ ਛੇਕ ਦਿੱਤਾ। ਪ੍ਰਧਾਨ ਮੰਤਰੀ ਨੇ ਉਸ ਨਾਲ ਧੋਖਾ ਕੀਤਾ। ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਸਮਝੌਤੇ ਦੀ ਅਸਫਲਤਾ ਦਾ ਕਾਰਨ ਮੁੱਖ ਤੌਰ ਤੇ ਰਾਜੀਵ ਗਾਂਧੀ ਵੱਲੋਂ ਵਚਨ ਪੂਰਾ ਨਾ ਕਰਨਾ ਸੀ। ਉਹ ਆਪਣੇ ਤੇ ਪਏ ਦਬਾਅ ਦਾ ਵਿਰੋਧ ਕਰਨ ਦੇ ਯੋਗ ਨਹੀਂ ਸੀ। ਪਹਿਲਾਂ ਤਾਂ ਬੂਟਾ ਸਿੰਘ ਹੀ ਸੀ ਜੋ 1984 ਸਤੰਬਰ ਵਿੱਚ ਤਨਖਾਹੀਆ ਕਰਾਰ ਦਿੱਤੇ ਜਾਣ ਪਿੱਛੋਂ ਤੇ ਫਿਰ ਅਪ੍ਰੈਲ 1985 ਵਿੱਚ ਪੰਥ ਤੋਂ ਛੇਕੇ ਜਾਣ ਤੇ ਤੀਬਰ ਅਪਮਾਨ ਮਹਿਸੂਸ ਕਰ ਰਿਹਾ ਸੀ। ਮਈ 1985 ਵਿੱਚ ਰਾਜੀਵ ਗਾਂਧੀ ਨੇ ਉਸ ਨੂੰ ਗ੍ਰਹਿ ਮੰਤਰੀ ਨਿਯੁਕਤ ਕਰ ਦਿੱਤਾ ਸੀ। ਬੂਟਾ ਸਿੰਘ ਨੇ ਅਕਾਲੀਆਂ ਤੇ ਜਥੇਦਾਰਾਂ ਨਾਲ ਹਿਸਾਬ ਕਿਤਾਬ ਚੁਕਤਾ ਕਰਨਾ ਸੀ। ਫਿਰ ਦਰਬਾਰਾ ਸਿੰਘ ਵੀ ਸੀ। ਉਸ ਦੇ ਮਨੋਨੀਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਉੱਪਰ ਆਤੰਕਵਾਦੀਆਂ ਨਾਲ ਸੰਬੰਧ ਰੱਖਣ ਦੇ ਇਲਜ਼ਾਮ ਲਾਏ ਗਏ ਸਨ ਤੇ ਉਸ ਨੂੰ ਜੂਨ 1985 ਵਿੱਚ ਤਿਆਗ ਪੱਤਰ ਦੇਣ ਲਈ ਮਜਬੂਰ ਹੋਣਾ ਪਿਆ ਸੀ। ਉਸ ਦੀ ਥਾਂ ਤੇ ਪ੍ਰਧਾਨ ਮੰਤਰੀ ਨੇ ਇੱਕ ਰਿਟਾਇਰ ਹੋਏ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਮੈਂਬਰ ਪਾਰਲੀਮੈਂਟ ਨੂੰ ਕਾਂਗਰਸ ਪ੍ਰਧਾਨ ਨਿਯੁਕਤ ਕਰ ਦਿੱਤਾ ਸੀ, ਜੋ ਪਛਾਣ ਰਹਿਤ ਯਕੜਬਾਜ਼ ਸੀ। ਪੰਜਾਬ ਕਾਂਗਰਸ ਦੀ ਪੁੱਛ ਪ੍ਰਤੀਤ ਖਤਮ ਹੋ ਗਈ ਸੀ ਤੇ ਦਰਬਾਰਾ ਸਿੰਘ ਇਸ ਦੀ ਵਾਗਡੋਰ ਸੰਭਾਲਣ ਲਈ ਉਤਾਵਲਾ ਸੀ ਤੇ ਅਖੀਰ ਵਿੱਚ ਭੱਜਣ ਲਾਲ ਸੀ, ਜੋ ਪ੍ਰਧਾਨ ਮੰਤਰੀ ਦੇ ਕੰਨਾਂ ਵਿੱਚ ਗੱਲਾਂ ਭਰ ਸਿਰ ਖਾਈ ਜਾ ਰਿਹਾ ਸੀ ਕਿ ਸਿੱਖਾਂ ਜਾਂ ਪੰਜਾਬ ਨੂੰ ਦਿੱਤੀ ਹਰ ਰਿਆਇਤ ਹਰਿਆਣੇ ਵਿੱਚ ਹਿੰਦੂਆਂ ਦੀਆਂ ਵੋਟਾਂ ਕਾਂਗਰਸ ਨਾਲੋਂ ਤੋੜਨ ਦਾ ਕਾਰਨ ਬਣੇਗੀ। ਰਾਜੀਵ ਗਾਂਧੀ ਇਸ ਸਿਆਪੇ ਦੀ ਨੈਣ ਪੁਆੜੇ ਦੀ ਜੜ ਦੀ ਹਰ ਗੱਲ ਸੁਣਨ ਲੱਗ ਪਿਆ ਸੀ। ਉਸ ਨੇ 11 ਮਈ 1987 ਨੂੰ ਬਰਨਾਲਾ ਅਕਾਲੀ ਸਰਕਾਰ ਬਰਖਾਸਤ ਕਰ ਦਿੱਤੀ। ਕੁਝ ਮਹੀਨਿਆਂ ਮਗਰੋਂ ਉਸ ਦੀ ਪਾਰਟੀ ਨੂੰ ਹਰਿਆਣਾ ਵਿੱਚ ਸਭ ਤੋਂ ਵੱਡੀ ਹਾਰ ਹੋਈ। ਉਸ ਦੇ ਹੱਥੋਂ ਪੰਜਾਬ ਤੇ ਹਰਿਆਣਾ ਦੋਵੇਂ ਹੀ ਨਿਕਲ ਗਏ ਤੇ ਉਸ ਦਾ ਸਾਫ਼ ਸੁਥਰੇ ਪ੍ਰਧਾਨ ਮੰਤਰੀ ਦਾ ਬਿੰਬ ਵੀ ਧੁੰਦਲਾ ਹੋ ਗਿਆ। ਬਾਕੀ ਅਗਲੇ ਭਾਗ ਵਿੱਚ। ਧੰਨਵਾਦ।